पात्र साहब कहते ने इस अदालत च बंदे बिरख हो गए, फैसले सुनदे ਤੁਸੀਂ ਐਲਾਨ ਕਰ ਦਿੰਦੇ ਹੋ, ਅਗਲੇ 1 ਮਹੀਨੇ ਬਾਅਦ ਉਹਦੀ ਹਕੀਕਤ ਹੋਰ ਨਿਕਲ ਆਉਂਦੀ ਹੈ। ਉਹਦੇ ਨਾਲ ਸਗੋਂ ਭਰੋਸੇਯੋਗਤਾ ਟੁੱਟਦੀ ਹੈ, ਖਤਮ ਹੁੰਦੀ ਹੈ, ਭਰੋਸੇਯੋਗਤਾ ਬਣਦੀ ਨਹੀਂ ਹੈ ਸਰਕਾਰਾਂ ਦੀ। ਜੇ ਮਾੜਾ ਮੋਟਾ ਧਰਨਾ ਰੈਲੀ ਕੀਤੀ ਸੀ ਕਿ ਉਹ ਪਾਵਰ ਪਰਚੇਜ ਐਗਰੀਮੈਂਟ ਹੁਣ ਸਾਇਲੈਂਟ ਹੋ ਗਏ ਨੇ, ਠੀਕ ਹੋ ਗਿਆ, ਹੁਣ ਨਹੀਂ ਹੈ ਉਹਦੇ 'ਚ ਕੋਈ ਪ੍ਰੋਬਲਮ। ਤੁਸੀਂ ਕਹਿੰਦੇ ਹੋ ਕਰਪਸ਼ਨ ਖਤਮ ਕਰਤੀ, ਤੁਸੀਂ ਹਿਮਾਚਲ 'ਚ ਬੋਲੇ ਆਉਂਦੇ ਹੋ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ। ਮਤਲਬ ਕੱਲੇ ਬੋਲਣ ਨਾਲ ਕਰਪਸ਼ਨ ਥੋੜੀ ਹੁੰਦੀ ਆ, ਮਾਫੀਆ ਤੇ ਜਾਂ ਤਾਂ ਇਹ ਕਹਿਣ ਵੀ ਇਹਨੂੰ ਅਸੀਂ ਟੰਗਤਾ ਜੀ, ਜਿਵੇਂ ਕਹਿੰਦੇ ਨੇ ਕਿ ਕੌਮ ਮਾਰ ਕੇ ਟੰਗਤਾ, ਆਉਂਦੇ ਵੀ ਤੁਸੀਂ ਆਹ ਇੱਕ ਬੜਾ ਵੱਡਾ ਐਕਸ਼ਨ ਕਰਤਾ ਫਲਾਣੇ ਵੱਡੇ ਅਫਸਰ ਦੇ ਖਿਲਾਫ। ਤੇ ਸਵੈਚਕ ਦਾ ਮਤਲਬ ਹੈ ਜੇ ਤਾਂ ਕੰਮ ਕਰਨਾ ਤਾਂ ਕਰੋ, ਨਹੀਂ ਤਾਂ ਨਾ ਕਰੋ। ਜਦੋਂ ਅਮਰਿੰਦਰ ਸਿੰਘ ਗਵਰਨਮੈਂਟ ਆਈ ਆ, ਉਹਨਾਂ ਨੇ ਕਿਹਾ ਸੀ ਕਿ ਜਾਂਦੇ ਜਾਂਦੇ ਅਕਾਲੀ ਜਿਹੜੇ ਫੂਡ ਦੇ ਮਾਮਲੇ ਦਾ 31,000 ਕਰੋੜ ਰੁਪਈਆ ਕਰਜ਼ੇ ਚ ਪਾ ਗਏ ਸਾਨੂੰ, ਪਰ ਕਰਜ਼ਾ ਲੈ ਲਿਆ, ਕਰਜ਼ਾ ਮੋੜਤਾ, ਇਹਦੇ ਚ ਤਾਂ ਕੋਈ ਜਾਂਚ ਵਾਲਾ ਕੰਮ ਨਹੀਂ ਨਾ ਉਸ ਪੱਧਰ। ਉਹਨੇ ਸਾਡਾ ਪ੍ਰਸ਼ਾਸਨਿਕ ਢਾਂਚਾ ਜਿਹੜਾ ਮਾੜਾ ਮੋਟਾ ਸੀ ਉਹ ਵੀ ਵਿਗਾੜਤਾ। 3 ਅਕਤੂਬਰ ਦੀ ਇਹ ਘਟਨਾ ਸੀ ਪਿਛਲੇ ਸਾਲ। 3 ਅਕਤੂਬਰ ਨੂੰ ਵੱਡੀ ਐਸਯੂਵੀ ਆਉਂਦੀ ਹੈ ਤੇ ਉਹ ਦਰੜ ਕੇ ਕਿਸਾਨਾਂ ਨੂੰ ਚਲੀ ਜਾਂਦੀ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਅੱਜ ਮੇਰੇ ਨਾਲ ਨੇ ਬੜੇ ਉੱਘੇ ਪੱਤਰਕਾਰ ਸਰਦਾਰ ਹਮੀਰ ਸਿੰਘ। ਅੱਜ ਮੈਂ ਖਾਸਾ ਉਤਸ਼ਾਹਤ ਹਾਂ। ਬੜੀ ਅਰਸੇ ਦੀ ਇੱਕ ਰੀਝ ਸੀਗੀ ਵੀ ਅਸੀਂ ਇਹਨਾਂ ਮਹਾਰਥੀਆਂ ਦੇ ਨਾਲ ਗੱਲ ਕਰ ਸਕੀਏ, ਸੋ ਸਾਡੇ ਨਾਲ ਅਕਸਰ ਹੋਇਆ ਕਰਨਗੇ। ਮੈਂ ਇਹਨਾਂ ਨੂੰ ਬੇਨਤੀ ਪਾਈ, ਇਹਨਾਂ ਨੇ ਸਵੀਕਾਰ ਕਰ ਲਈ। ਸਰਦਾਰ ਸਾਹਿਬ, ਅੱਜ ਮੇਰੇ ਲਫ਼ਜ਼ ਛੋਟੇ ਨੇ, ਤੁਹਾਡੀ ਹਸਤੀ ਉੱਚੀ ਆ। ਮੈਂ ਪਹਿਲਾਂ ਤੁਹਾਨੂੰ ਜੀ ਆਇਆਂ ਆਖ ਲਾਂ ਤੇ ਫਿਰ ਆਪਾਂ ਅੱਗੇ ਵਧਦੇ ਹਾਂ ਜੀ। ਸ਼ੁਕਰੀਆ ਰੰਧਾਵਾ ਜੀ, ਸ਼ੁਕਰੀਆ। ਸਰਦਾਰ ਹਮੀਰ ਸਿੰਘ ਹੋਰਾਂ ਨੂੰ ਪੰਜਾਬੀ ਜਾਣਨ ਵਾਲਾ ਕੋਈ ਐਸਾ ਬਸ਼ਰ ਨਹੀਂ, ਸ਼ਖਸ ਨਹੀਂ ਜਿਹੜਾ ਨਹੀਂ ਜਾਣਦਾ। ਪੱਤਰਕਾਰਤਾ ਦੇ ਵਿੱਚ ਇੱਕ ਮਿਆਰ ਕਾਇਮ ਕੀਤਾ ਇਹਨਾਂ ਨੇ, ਔਰ ਲਗਾਤਾਰ ਕਈ ਅਖਬਾਰਾਂ ਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਕੀਤਾ। ਹੁਣ ਪੰਜਾਬੀ ਟ੍ਰਿਬਿਊਨ 'ਚ ਨੇ। ਸਰਦਾਰ ਸਾਹਿਬ, ਮੈਂ ਜਦੋਂ ਅੱਜ 2-3 ਵਿਸ਼ਿਆਂ ਤੇ ਤੁਹਾਡੇ ਨਾਲ ਗੱਲ ਕਰਨੀ ਆ। ਸਭ ਤੋਂ ਪਹਿਲਾਂ ਜਦੋਂ MLA ਦਾ ਜ਼ਿਕਰ ਆਉਂਦਾ ਹੈ ਤਾਂ ਸਾਡੇ ਪਿੰਡਾਂ 'ਚ ਖਾਸ ਤੌਰ ਦੇ ਉੱਤੇ ਬੇਸ਼ੁਮਾਰ ਤਾਕਤਾਂ ਦਾ ਜ਼ਿਕਰ ਆਉਂਦਾ ਹੈ। ਫਿਰ ਇੱਕ ਦਰਬਾਰ ਦਿਸਦਾ ਲੱਗਿਆ ਹੋਇਆ, ਉੱਥੇ ਕੁਝ ਫਰਿਆਦੀ ਹੁੰਦੇ ਆ, ਦਰਬਾਰੀ ਹੁੰਦੇ ਆ, ਗੜਬਈ ਹੁੰਦੇ ਆ। ਸੋ ਹੁਣ ਜਦੋਂ ਲੋਕਾਂ ਨੇ ਮੁੱਢੋਂ ਸੁੱਢੋਂ ਸਿਆਸਤ ਦੇ ਰੰਗ ਬਦਲਤੇ, ਇਹਦੇ 'ਚ ਕਿਸੇ ਖਾਸ ਧਿਰ ਦੀ ਪ੍ਰਾਪਤੀ ਨਹੀਂ, ਕੋਈ ਆਮ ਆਦਮੀ ਪਾਰਟੀ ਕਹੇ, ਲੋਕਾਂ ਨੇ ਬਦਲਾ ਲਿਆਤਾ। ਬੜੀ ਦੇਰ ਦੀ ਇਹ ਚਾਅ ਸੀ ਲੋਕਾਂ ਦਾ, ਉਹਨਾਂ ਚੱਕ ਲਿਆ। ਹੁਣ ਇੱਥੇ ਆ ਕੇ ਕੀ ਬਦਲਾ ਨਾਂ ਦੀ ਕੋਈ ਚੀਜ਼ ਵਾਪਰੂਗੀ, ਇਹਦੇ ਤੇ ਆਪਾਂ ਗੱਲ ਕਰਾਂਗੇ। ਜੇ ਇੱਕ MLA ਬੇਸ਼ੁਮਾਰ ਸਹੂਲਤਾਂ ਨਾਲ ਲੈਸ ਆ ਤਾਂ ਕੀ ਉਹਦੀਆਂ ਕੋਈ ਜ਼ਿੰਮੇਵਾਰੀਆਂ ਵੀ ਬਣਾਈਆਂ ਗਈਆਂ ਸੰਵਿਧਾਨ 'ਚ? ਇਹ ਤੋਂ ਉੱਥੋਂ ਮੈਂ ਜਾਣਨਾ ਹੈ, ਕਿਉਂਕਿ ਇੱਕ ਤਰਲੋਚਨ ਸਿੰਘ ਭੱਟੀ ਸਾਬਕਾ PCS, ਉਹਨਾਂ ਨੇ RTI ਪਾਈ ਸੀ ਕਿ ਕੋਈ MLA ਦੇ ਕੰਮਕਾਜ ਦੱਸ ਦਿਓ ਭਾਈ। ਸੋ ਕੋਈ ਸਿਰ ਮੂੰਹ ਫੜਾਇਆ ਨਹੀਂ ਕਿਸੇ ਨੇ, ਨਾ ਵਿਧਾਨ ਸਭਾ ਨੇ ਔਰ ਨਾ ਕਿਸੇ ਹੋਰ ਪਾਸੇ। ਦੂਜਾ ਪਹਿਲੂ ਇੱਕ ਜਿਹੜਾ ਦੁਖਤ ਹੈ, ਤਕਲੀਫ ਦੇ ਆ, ਪਰ ਉਹਦਾ ਜ਼ਿਕਰ ਹੋਣਾ ਬਣਦਾ ਹੈ। ਲਖੀਮਪੁਰ ਖੀਰੀ ਦੀ ਘਟਨਾ ਨੇ ਸਾਡੇ ਚੇਤਿਆਂ ਦੇ ਵਿੱਚ ਬਹੁਤ ਕੁਝ ਸੁੱਟਿਆ ਐਸਾ। ਸੋ ਉੱਥੇ ਮਾਣਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ, ਜਿਹੜੀਆਂ ਟਿੱਪਣੀਆਂ ਨੇ, ਉਹ ਸਾਡੇ ਮੁਆਸ਼ਰੇ ਤੇ ਬੜਾ ਪ੍ਰਭਾਵ ਰੱਖਣਗੀਆਂ। ਇੱਥੇ ਵੀ ਕਈ ਇਸ ਤਰ੍ਹਾਂ ਦੇ ਹਾਈ ਕੋਰਟਾਂ ਦੇ ਫੈਸਲੇ ਸੀ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਉਲੱਦਿਆ। ਇਹ ਮੈਂ ਤੁਹਾਡੇ ਤੋਂ ਜਾਣਨਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਲਖੀਮਪੁਰ ਖੀਰੀ ਤੇ ਮੈਂ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ ਕਿ ਜਿਹੜੀਆਂ ਸੁਪਰੀਮ ਕੋਰਟ ਦੀ ਟਿੱਪਣੀਆਂ, ਤੁਸੀਂ ਇਹਨਾਂ ਨੂੰ ਕਿਵੇਂ ਅੱਗੇ ਵਧਾਓਗੇ? ਇਨਸਾਫ ਲੈਣ ਲਈ ਜੇ ਕੋਈ ਜਾਂਦਾ ਉੱਥੇ ਜਾਂਦਾ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਬੋਲਦੇ ਹੋਏ ਕਿ ਲਗਭਗ 15% ਲੋਕ ਨੇ ਜਿਹੜੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਤੱਕ ਨਿਆਂ ਲੈਣ ਦੀ ਪਹੁੰਚ ਕਰ ਸਕਦੇ ਨੇ। ਹੁਣ ਤਾਂ ਇੰਨਾ ਮਹਿੰਗਾ ਹੋ ਗਿਆ ਕਿ ਉੱਥੇ ਤੱਕ ਪਹੁੰਚਣ ਵਾਲਿਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਲਗਾਤਾਰ। ਪਰ ਫਿਰ ਵੀ ਜਿਹੜਾ ਇਹ ਲਖੀਮਪੁਰ ਖੀਰੀ ਦਾ ਮਾਮਲਾ ਜਾਂ ਇਹੋ ਜਿਹੇ ਹੋਰ ਮਾਮਲੇ ਨੇ ਜਿੰਨੇ ਵੀ, 3 ਅਕਤੂਬਰ ਦੀ ਇਹ ਘਟਨਾ ਸੀ ਪਿਛਲੇ ਸਾਲ। 3 ਅਕਤੂਬਰ ਨੂੰ ਇੱਕ ਵੱਡੀ SUV ਆਉਂਦੀ ਹੈ ਤੇ ਉਹ ਦਰੜ ਕੇ ਕਿਸਾਨਾਂ ਨੂੰ ਚਲੀ ਜਾਂਦੀ ਹੈ। ਤੇ ਉਹਦੇ ਨਾਲ ਵੀ ਇੱਕ ਪਿਛੋਕੜ ਦੇ ਵਿੱਚ ਲਗਾਤਾਰ ਇੱਕ ਕੇਸ ਬਣਿਆ ਹੋਇਆ ਸੀ, ਕਿਉਂਕਿ ਜਿਹੜਾ ਸਟੇਟ ਹੋਮ ਮਿਨਿਸਟਰ ਹੈਗਾ ਕੇਂਦਰ ਸਰਕਾਰ ਦੇ ਵਿੱਚ, ਵਿਜੇ ਮਿਸ਼ਰਾ, ਇੱਕ ਤਾਂ ਉਹ ਗੱਡੀ ਵੀ ਉਹਦੀ ਸੀ ਤੇ ਦੂਸਰਾ ਉਹਦੇ ਨਾਲ ਚੈਲੰਜ ਵੀ ਸੀ ਕਿਸਾਨਾਂ ਦਾ। ਉਹਦੇ ਬਿਆਨ ਵੀ ਪਹਿਲਾਂ ਛਪਦੇ ਰਹੇ ਨੇ ਜਾਂ ਵੀਡੀਓ ਆਉਂਦੀਆਂ ਰਹੀਆਂ ਨੇ ਕਿ ਮੈਂ ਤੁਹਾਨੂੰ ਸਿੱਧਾ ਕਰ ਦੂੰਗਾ, ਤੁਸੀਂ ਮੇਰੇ ਨਾਲ ਸਿੱਧਾ ਹੋ ਕੇ ਦੇਖੋ। ਮਤਲਬ ਦਬੰਗਈ ਵਾਲੇ ਜਿਹੜੇ ਇਸ ਲੈਵਲ ਦੀ ਬਿਆਨਬਾਜ਼ੀ ਵੀ ਲਗਾਤਾਰ ਆਉਂਦੀ ਰਹੀ ਹੈ। ਤਾਂ ਉਹ ਇੱਕ ਕੇਸ ਸੀ। ਉਦੋਂ ਵੀ ਸੁਪਰੀਮ ਕੋਰਟ ਨੇ ਇਹਦਾ ਸੂ ਮੋਟੋ ਲਿਆ। ਕੁਝ ਮਤਲਬ ਬਾਕੀ ਲੋਕ ਵੀ ਗਏ ਸੀ, ਪਰ ਇਸ ਕੇਸ ਦਾ 17 ਨਵੰਬਰ ਨੂੰ ਆ ਕੇ ਸੂ ਮੋਟੋ ਲਿਆ। 3 ਅਕਤੂਬਰ ਤੋਂ ਬਾਅਦ ਜਦ ਉਹਨੂੰ ਲੱਗਿਆ ਕਿ ਇਹਦੀ ਸੁਣਵਾਈ ਠੀਕ ਨਹੀਂ ਹੋ ਰਹੀ, ਇਹਦੀ ਜਾਂਚ ਠੀਕ ਨਹੀਂ ਹੋ ਰਹੀ, ਇਹ ਮੁਕੱਦਮਾ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ।
ਉਸ ਤੋਂ ਬਾਅਦ ਫਿਰ ਆ ਕੇ ਉਹਨਾਂ ਨੇ ਇਹ ਕਿਹਾ ਕਿ ਯੂਪੀ ਸਰਕਾਰ ਨਿਆਂ ਦੇਣਾ ਨਹੀਂ ਚਾਹੁੰਦੀ। ਇਹ ਟਿੱਪਣੀਆਂ ਪਹਿਲੀਆਂ ਟਿੱਪਣੀਆਂ ਨੇ ਜਦੋਂ ਸਟਾਰਟਿੰਗ ਦੇ ਵਿੱਚ ਆਈ ਜੀ, ਜੀ। ਉਹ ਸਾਰੀ। ਫਿਰ ਸੁਪਰੀਮ ਕੋਰਟ ਨੇ ਐਸਆਈਟੀ ਆਪਣੇ ਪੱਧਰ ਤੇ ਬਣਾਈ, ਮਤਲਬ ਉਹਨੂੰ ਕਿਹਾ ਨਹੀਂ ਤਾਂ ਤੁਸੀਂ ਬਣਾਓ, ਨਹੀਂ ਅਸੀਂ ਬਣਾ ਦਿਆਂਗੇ। ਐਸਆਈਟੀ ਬਣਾਉਣ ਤੋਂ ਬਾਅਦ ਵੀ ਸੁਪਰੀਮ ਕੋਰਟ ਨੂੰ ਲੱਗਿਆ ਕਿ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਠੀਕ ਤਰੀਕੇ ਦੇ ਨਾਲ। ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਸੁਪਰਵਿਜ਼ਨ ਹੇਠ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨਾ ਚਿਰ ਉਹ ਐਸਆਈਟੀ ਜਾਂਚ ਕਰ ਰਹੀ ਹੈ, ਉਹ ਦੇਖ ਰੇਖ ਕਰਨਗੇ ਜਿਹੜੇ ਜੱਜ ਸਾਹਿਬ ਨੇ। ਤੇ ਜੀ। ਉਹ ਸਾਰੇ ਮਾਹੌਲ ਦੇ ਵਿੱਚ ਫਿਰ ਇਹ ਵਾਪਰ ਗਿਆ ਕਿ ਐਸਆਈਟੀ ਨੇ ਜਿਹੜੀ ਜਾਂਚ ਕੀਤੀ, ਜਾਂਚ ਦੇ ਵਿੱਚ ਇਹ ਪਾਇਆ ਗਿਆ, ਐਸਆਈਟੀ ਦੀ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਕੋਈ ਨਾਰਮਲ ਤੇ ਸਡਨ ਅਚਾਨਕ ਵਾਪਰੀ ਘਟਨਾ ਨਹੀਂ ਹੈ। ਇਹ ਡਿਜ਼ਾਈਨਡ ਹੈ, ਇਹ ਸੋਚੀ ਸਮਝੀ ਇੱਕ ਸਾਜ਼ਿਸ਼, ਇੱਕ ਪਲਾਨਿੰਗ ਤੇ ਇੱਕ ਵਿਉਂਤਬੰਦੀ ਤੋਂ ਬਾਅਦ ਇਹ ਗੱਲ ਵਾਪਰੀ। ਪਹਿਲਾਂ ਮਿਨਿਸਟਰ ਦਾ ਮੁੰਡਾ ਆਸ਼ੀਸ਼ ਮਿਸ਼ਰਾ ਇਹ ਕਹਿੰਦੇ ਰਹੇ ਕਿ ਉਸ ਜਗ੍ਹਾ ਤੇ ਹੀ ਨਹੀਂ ਸੀ, ਪਰ ਉਹ ਵੀ ਸਾਬਤ ਹੋ ਗਿਆ ਕਿ ਉਸ ਗੱਡੀ ਦੇ ਵਿੱਚ ਸਵਾਰ ਸੀ ਤੇ ਬਾਕੀ ਬੰਦਿਆਂ ਨੂੰ ਲੈ ਕੇ। ਤਾਂ ਐਡਾ ਇੱਕ ਸੰਗੀਨ ਕੇਸ ਸੀ। ਵੈਸੇ ਤਾਂ ਇੱਕ ਨੈਤਿਕਤਾ ਦਾ ਕੁਐਸਚਨ ਸੀ। ਜਸਟਿਸ ਲੋਕੁਰ ਨੇ ਕਿਤੇ ਕਿਹਾ ਇੱਕ ਇੰਟਰਵਿਊ ਦੇ ਵਿੱਚ, ਉਹ ਕਹਿੰਦਾ ਵੀ ਇਹ 'ਚ ਕੋਰਟ ਕੁਝ ਕਹਿ ਨਹੀਂ ਸਕਦੀ, ਪਰ ਇਹ ਪੋਲੀਟੀਕਲ ਮੋਰੈਲਿਟੀ ਦਾ ਸਵਾਲ ਹੈ, ਇਹ ਸਿਆਸੀ ਨੈਤਿਕਤਾ ਦਾ ਸਵਾਲ ਹੈ। ਨਹੀਂ ਤਾਂ ਪ੍ਰਾਈਮ ਮਿਨਿਸਟਰ ਨੂੰ ਇਹ ਚਾਹੀਦਾ ਸੀ ਕਿ ਜਿਹੜੇ ਵਿਜੇ ਮਿਸ਼ਰਾ ਨੇ ਉਹਨਾਂ ਨੂੰ ਕਹਿੰਦੇ ਕਿ ਅਜੇ ਮਿਸ਼ਰਾ ਕਿ ਤੂੰ ਰਿਜ਼ਾਈਨ ਕਰ ਜਿੰਨਾ ਚਿਰ ਇਹ ਕੇਸ ਚੱਲਦਾ ਹੈ, ਤੇ ਖਾਸ ਤੌਰ ਤੇ ਹੋਮ ਮਿਨਿਸਟਰੀ ਵਰਗੇ ਡਿਪਾਰਟਮੈਂਟ ਦੇ ਮੰਤਰਾਲੇ 'ਚ ਬੈਠੇ ਹੋ ਤੁਸੀਂ, ਤੇ ਇਹ ਸਭ ਮਤਲਬ ਲੋਕਾਂ 'ਚ ਮੈਸੇਜ ਇਹ ਜਾ ਰਿਹਾ ਦੁਨੀਆ 'ਚ ਵੀ ਤੇ ਸਾਡੇ ਕਿ ਨਿਆਂ ਹੋਏਗਾ ਜਾਂ ਨਹੀਂ ਹੋਏਗਾ, ਤੇ ਸਵਾਲੀਆ ਨਿਸ਼ਾਨ। ਉਹਦੇ ਤੇ ਚੱਲਦੇ ਚਲਾਉਂਦੇ ਫਿਰ ਜਿਹੜੀ ਉਹਨੂੰ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ, ਉਸ ਜ਼ਮਾਨਤ ਦੇ ਵਿੱਚੋਂ ਵੀ ਕੋਈ ਸੁਪਰੀਮ ਕੋਰਟ ਕੁਝ ਲੋਕ ਗਏ ਕਿ ਇਹ ਗਲਤ ਹੋਇਆ, ਤੇ ਸੁਪਰੀਮ ਕੋਰਟ ਨੇ ਟਿੱਪਣੀਆਂ ਬੜੀਆਂ ਮਤਲਬ ਇਸ ਲੈਵਲ ਦੀਆਂ ਕੀਤੀਆਂ ਨੇ ਜਿਹੜੀਆਂ ਸ਼ਾਇਦ ਹੋਰ ਕੇਸਾਂ ਤੇ ਵੀ ਬਹੁਤ ਅਸਰ ਪਾਉਣਗੀਆਂ। ਪਹਿਲੀ ਗੱਲ ਤਾਂ ਉਹ ਇਹ ਕਹਿੰਦੇ ਨੇ ਕਿ ਪੁਲਿਸ ਦੀ ਰਿਪੋਰਟ ਜਿਹੜੀ ਸੀ, ਕੇਵਲ ਇਹਨੂੰ ਹੀ ਹਾਈ ਕੋਰਟ ਨੇ ਇਹ ਮੰਨ ਲਿਆ, ਜਿਹੜੀ ਐਫਆਈਆਰ ਦੇ ਵਿੱਚ ਜੋ ਦਰਜ ਚੀਜ਼ਾਂ ਨੇ ਉਹਦੇ ਤੇ ਯਕੀਨ ਕਰਕੇ ਤੁਸੀਂ ਮੰਨ ਲਿਆ ਕਿ ਜੀ ਇਹ ਠੀਕ ਹੈ, ਇਹ ਬੰਦਾ ਨਾ ਗਵਾਹਾਂ ਨੂੰ ਪ੍ਰਭਾਵਿਤ ਕਰੂਗਾ, ਨਾ ਇਹ ਬੰਦਾ ਇੱਥੋਂ ਛੱਡ ਕੇ ਭੱਜ ਜਾ ਸਕਦਾ ਹੈ, ਨਾ ਇਹ ਬੰਦਾ ਤੱਥਾਂ ਨਾਲ ਤੇ ਹੋਰਾਂ ਸਬੂਤਾਂ ਨਾਲ ਛੇੜਛਾੜ ਕਰੂਗਾ। ਤੁਸੀਂ ਟੇਕਨ ਫਾਰ ਗਰੰਟਡ ਲੈ ਲਿਆ, ਆਪਣੇ ਆਪ ਹੀ ਮੰਨ ਲਿਆ ਚੀਜ਼ਾਂ ਨੂੰ ਕਿ ਕੋਈ ਗੱਲ ਨਹੀਂ ਜੀ ਇਹ ਸਾਰਾ। ਦੂਜੀ ਗੱਲ, ਤੁਸੀਂ ਪੀੜਤ ਧਿਰ ਨੂੰ ਮੌਕਾ ਵੀ ਨਹੀਂ ਦਿੱਤਾ। ਜਦੋਂ ਜ਼ਮਾਨਤ ਮਤਲਬ ਲੈਣ ਆ ਰਿਹਾ, ਤੁਸੀਂ ਦੂਜੀ ਧਿਰ ਦੀ ਸੁਣਵਾਈ ਪੁੱਛਿਆ ਹੀ ਨਹੀਂ ਕਿ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ, ਜਾਂ ਉਹਦਾ ਵਕੀਲ ਕੁਝ ਕਹਿਣਾ ਚਾਹੁੰਦਾ, ਤੇ ਤੁਸੀਂ ਚੱਕ ਕੇ ਇਹ ਕਰ ਦਿੰਦੇ ਹੋ। ਤੇ ਉਹਨੇ ਸੁਪਰੀਮ ਹਾਈ ਕੋਰਟ ਤੇ ਵੀ ਇੱਕ ਲੈਵਲ ਦੀ ਸਖਤ ਟਿੱਪਣੀ ਇਹ ਕੀਤੀ ਹੈ ਕਿ ਤੁਸੀਂ ਮਾਈਂਡ ਅਪਲਾਈ ਕੀਤੇ ਬਿਨਾਂ, ਪੂਰੇ ਤੱਥਾਂ ਨੂੰ ਧਿਆਨ ਦੇ ਵਿੱਚ ਰੱਖੇ ਬਿਨਾਂ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ ਗਲਤ ਹੈ ਤੇ ਉਹਨੂੰ ਮਤਲਬ ਰੱਦ ਕੀਤਾ ਜਾਂਦਾ ਹੈ। ਇਸੇ ਕਰਕੇ ਉਹਨੂੰ ਕਿਹਾ ਕਿ ਦੁਬਾਰਾ ਇਹ ਤੱਥਾਂ ਨੂੰ ਵੀ ਦੇਖੋ। ਹਾਈ ਕੋਰਟ ਵੀ ਆਪਣੇ ਆਪ ਵੀ ਦੁਬਾਰਾ ਰਿਵਿਊ ਕਰੇ ਸਾਰੀਆਂ ਮਾਮਲਿਆਂ ਦਾ, ਤੇ 1 ਹਫ਼ਤੇ ਦੇ ਅੰਦਰ ਅੰਦਰ ਇਹ ਜਿਹੜਾ ਬੰਦਾ ਹੈ ਆਸ਼ੀਸ਼ ਮਿਸ਼ਰਾ, ਇਹਨੂੰ ਪੇਸ਼ ਹੋਣ ਲਈ ਕਿਹਾ ਕਿ ਪੇਸ਼ ਹੋ ਕੇ ਤੇ ਮੁੜ ਕੇ ਤੁਸੀਂ ਕੈਦ ਦੇ ਵਿੱਚ, ਜੁਡੀਸ਼ੀਅਲ ਰਿਮਾਂਡ ਦੇ ਵਿੱਚ ਤੇ ਉਸ ਪੱਧਰ ਦੇ ਉੱਤੇ ਜਾਓਗੇ। ਹੁਣ ਇਹੋ ਜਿਹੇ ਕਿੰਨੇ ਕੇਸ ਨੇ, ਸਾਡੇ ਇੱਕ ਪ੍ਰਭਾਵ ਬਣਦਾ ਜਾ ਰਿਹਾ ਦੇਸ਼ ਦੇ ਵਿੱਚ ਕਿ ਜਿਹੜੇ ਬੰਦੇ ਕੋਲ ਸੱਤਾ ਹੈ, ਜਿਹੜੇ ਬੰਦੇ ਕੋਲ ਪੈਸਾ ਹੈ, ਜਿਹੜੇ ਬੰਦੇ ਕੋਲ ਤਾਕਤ ਹੈ, ਉਹਦੇ ਕੋਲ ਤਾਂ ਰਾਤ ਨੂੰ ਵੀ ਅਦਾਲਤਾਂ ਉੱਠ ਰਹਿੰਦੀਆਂ ਨੇ, ਤੇ ਰਾਤ ਨੂੰ ਉੱਠ ਕੇ ਤੇ ਬਿਨਾਂ ਕਿਸੇ ਤੋਂ ਗਰੰਟਡ ਵੀ। ਅੱਜ ਆਪਾਂ ਪਹਿਲਾਂ ਗੱਲ ਕਰ ਰਹੇ ਸੁਮੇਧ ਸੈਣੀ ਦਾ ਮਾਮਲਾ, ਅਗਲੇ ਮਾਮਲਿਆਂ 'ਚ ਵੀ ਉਹਨੂੰ ਦੇਤੀ, ਮਤਲਬ ਜਿਹੜਾ ਕੋਈ ਅੱਗੋਂ ਵੀ ਉਹ ਕ੍ਰਾਈਮ ਕਰੂ ਜਾਂ ਜਿਹੜਾ ਕੋਈ ਅੱਗੋਂ ਵੀ ਕੋਈ ਐਫਆਈਆਰ ਆਊਗਾ। ਇਹੋ ਜੀ ਤਾਂ ਅਜੀਬ ਕਹਾਣੀ ਹੋਈ ਹੈ ਇਸ ਦੇਸ਼ ਦੇ ਵਿੱਚ। ਮੇਰਾ ਖਿਆਲ ਹੈ ਆਮ ਤੌਰ ਤੇ ਅਦਾਲਤ ਉਹਦਾ ਫੈਸਲਾ ਕਰਦੀ ਹੈ ਜੋ ਉਹਦੇ ਸਾਹਮਣੇ ਪਈ ਚੀਜ਼ ਹੁੰਦੀ ਹੈ ਕਿ ਨਹੀਂ, ਮਤਲਬ ਬਹੁਤ ਦੇਣੀ ਹੈ ਜ਼ਮਾਨਤ ਜਾਂ ਨਹੀਂ ਦੇਣੀ। ਹਾਸੋਹੀਣੀ ਸਥਿਤੀ ਬਣ ਗਈ ਸੀਗੀ, ਔਰ ਇੱਥੇ ਵੀ ਮਾਣਯੋਗ ਸੁਪਰੀਮ ਕੋਰਟ ਨੇ ਦਖਲ ਦਿੱਤਾ, ਔਰ ਮੇਰਾ ਖਿਆਲ ਹੈ ਉਹ ਮੁੜ ਕੇ ਉਸ ਤੋਂ ਬਾਅਦ ਜੱਜ ਬਦਲੇ ਗਏ, ਉਹ ਕਿਸੇ ਹੋਰ ਬੈਂਚ ਵਿੱਚ ਦੁਬਾਰਾ ਸੁਮੇਧ ਸੈਣੀ ਦੀ ਲੱਗੀ ਹੈ ਜੀ। ਹਾਂ ਬਿਲਕੁਲ, ਉਹਨਾਂ ਨੇ, ਔਰ ਇਸੇ ਕਰਕੇ ਥੋੜਾ ਜਿਹਾ ਹੋ ਜਾਂਦਾ ਨਾ ਅਦਾਲਤਾਂ 'ਚ, ਇੱਕ ਸੁਪਰੀਮ ਕੋਰਟ ਥੋੜਾ ਝਟਕਾ ਦੇ ਦਿੰਦੀ ਆ ਤਾਂ ਫਿਰ ਥੋੜਾ ਜਿਹਾ ਭਰੋਸਾ ਬਣ ਜਾਂਦਾ ਵੀ ਨਹੀਂ ਚਲੋ ਇਨਸਾਫ ਹੈ ਕਿਤੇ ਨਾ ਕਿਤੇ। ਨਹੀਂ ਤਾਂ ਲੋਕਾਂ ਦਾ ਬਿਲਕੁਲ ਭਰੋਸਾ ਹੀ ਟੁੱਟਦਾ ਜਾ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਕਿ ਤੁਸੀਂ ਕਿਸ ਲੈਵਲ ਦਾ ਨਿਆਂ। ਪਹਿਲਾਂ ਤਾਂ ਗਰੀਬੀ ਕਰਕੇ ਬੰਦੇ ਨਹੀਂ ਜਾ ਰਹੇ, ਜਾ ਪਾਉਂਦੇ ਉੱਥੇ, ਇੰਨੀਆਂ ਫੀਸਾਂ ਨਹੀਂ ਦੇ ਪਾਉਂਦੇ। ਫਿਰ ਜਿਹੜਾ ਤਾਕਤਵਰ ਹੈ ਉਹ ਜਦ ਮਰਜੀ ਨਿਕਲ ਜਾਂਦਾ ਹੈ। ਲੋਕ ਬੜੇ ਬੇਚੈਨ, ਜਾਂ ਜਿਹੜੇ ਬੰਦੇ ਇਨਸਾਫ ਦੇ ਉਸ ਮੰਜ਼ਰ ਤੇ ਪਹੁੰਚਣਾ ਚਾਹੁੰਦੇ ਨੇ ਉੱਥੇ ਨਹੀਂ ਪਹੁੰਚ ਸਕਦੇ, ਔਰ ਕੁਛ ਡਿਲੇ ਇੰਨੀ ਹੁੰਦੀ ਆ, 20-20 30-30 ਸਾਲ ਹੁੰਦੇ ਨੇ। ਜਿਵੇਂ ਸੁਰਜੀਤ ਪਾਤਰ ਸਾਹਿਬ ਕਹਿੰਦੇ ਨੇ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਮਤਲਬ ਥੱਕ ਗਏ। ਉਹ ਸਾਰਾ ਜਿਹੜਾ ਇੱਕ ਸਾਡਾ ਇੱਕ ਢਾਂਚਾ ਹੈ ਓਵਰਆਲ ਨਿਆਂ ਦਾ। ਸੁਪਰੀਮ ਕੋਰਟ ਨੇ ਹੋਰ ਵੀ ਕਈ ਕੇਸਾਂ ਦੇ ਵਿੱਚ ਬਹੁਤ ਮਹੱਤਵਪੂਰਨ ਟਿੱਪਣੀਆਂ ਬਾਰ-ਬਾਰ ਦਿੱਤੀਆਂ,
ਚਾਹੇ ਉਹ ਜੀ, ਨਿਜਤਾ ਦੇ ਸਵਾਲ ਦਾ ਹੋਵੇ ਚਾਹੇ ਬਾਕੀ। ਪਰ ਜਿਹੜਾ ਸਾਡਾ ਪ੍ਰਸ਼ਾਸਨਿਕ ਢਾਂਚਾ ਹੈ, ਪੁਲਿਸ ਦਾ ਤੰਤਰ ਹੈ, ਸਿਆਸਤ ਦਾ ਉਹਦੇ ਚ ਦਖਲ ਹੈ, ਉਹ ਹੂੰ, ਸਾਰੀਆਂ ਚੀਜ਼ਾਂ ਹੁਣ ਇਸ ਪੱਧਰ ਦੇ ਉੱਤੇ ਗੱਲ ਕਰ ਰਹੀਆਂ ਨੇ ਲਗਾਤਾਰ। ਔਰ ਜਿਹੜਾ ਆ ਪਿਛਲੇ ਕੱਲ ਹੀ ਅਜੇ ਦਿੱਲੀ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਨਾ, ਉਹ ਕਲੈਸ਼ ਹੋ ਗਿਆ ਜਿਹੜਾ ਹਨੂਮਾਨ ਜਯੰਤੀ ਤੇ ਪਰਸੋਂ ਜਾਂ ਬਾਕੀ ਦਾ। ਰਿਬੇਰੋ ਉਹਨਾਂ ਦੀ ਬੜੇ ਵੱਡੇ ਪੁਲਿਸ ਅਫਸਰ ਰਹੇ ਨੇ, ਸਾਡੇ ਵੀ ਡੀਜੀਪੀ ਰਹੇ ਪਹਿਲਾਂ, ਬਾਕੀ ਜਗ੍ਹਾ ਵੀ। ਉਹਨੇ ਜੀ, ਲਿਖਿਆ, ਉਹ ਕਹਿੰਦਾ ਵੀ ਮਤਲਬ ਜਿਹੋ ਜਿਹਾ ਹੁਣ ਤੰਤਰ ਬਣ ਰਿਹਾ, ਜੇਕਰ ਸਾਡੇ ਵਰਗਾ ਕੋਈ ਪੁਲਿਸ ਅਫਸਰ ਕੀ ਕਰ ਦੂਗਾ ਉਹਦੇ ਚ, ਜਾਂ ਪੁਲਿਸ ਅਫਸਰ ਦਾ ਹੋਣਾ ਹੀ ਆਪਦੇ ਆਪ ਚ ਹੁਣ ਤੋਹੀਨ ਹੋਣਾ ਹੈ ਕਿ ਜਦੋਂ ਤੁਹਾਡਾ ਪੋਲੀਟੀਕਲ ਫੈਸਲੇ ਹੁੰਦੇ ਨੇ, ਜੇ ਤੁਸੀਂ ਉਹਨੂੰ ਫੜ ਨਹੀਂ ਸਕਦੇ, ਉਹਦੇ ਤੇ ਪਰਚਾ ਦਰਜ ਨਹੀਂ ਕਰ ਸਕਦੇ, ਉਹਨੂੰ ਇਤਿਹਾਤ ਵਜੋਂ ਨਹੀਂ ਫੜ ਸਕਦੇ ਸਾਰੀਆਂ ਚੀਜ਼ਾਂ ਨੂੰ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜੁੜ ਰਹੀਆਂ ਨੇ ਲਗਾਤਾਰ। ਸੁਪਰੀਮ ਕੋਰਟ ਦਾ ਬਿਲਕੁਲ, ਇਹ ਫੈਸਲਾ ਇਸ ਕਰਕੇ ਮਹੱਤਵਪੂਰਨ ਹੈ, ਉਹ ਇੱਕ ਉਮੀਦ ਪੈਦਾ ਕਰਦਾ ਥੋੜੀ ਜਿਹੀ ਮੁੜ ਕੇ ਜੀ, ਕਿ ਜੀ, ਇਹਦੇ ਨਾਲ ਬਿਲਕੁਲ, ਥੋੜੀ ਜਿਹੀ ਜੀ, ਜੀ, ਮਤਲਬ ਸਰਦਾਰ ਸਮੱਤ ਆਏਗੀ ਅਦਾਲਤਾਂ ਨੂੰ ਵੀ ਤੇ ਬਾਕੀ ਲੋਕਾਂ ਨੂੰ ਵੀ। ਸਰਦਾਰ ਸਾਹਿਬ, ਇਹੀ ਤਾਂ ਹੈ ਖੂਬਸੂਰਤੀ ਕਿ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਆਸ ਜਿਉਂਦੀ ਰਹਿੰਦੀ ਆ ਤਾਂ ਲੋਕ ਅੱਗੇ ਵੱਧਦੇ ਰਹਿੰਦੇ ਆ। ਉਂਝ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਰਹਿ ਚੁੱਕੇ ਡੀਜੀਪੀ ਦੀ। ਮੈਂ ਜਦੋਂ ਸਿਆਸਤ ਦੇ ਦਖਲ ਦੀ ਗੱਲ ਕਰਦਾ, ਆਪਾਂ ਸ਼ੁਰੂ 'ਚ ਇੱਕ ਐਮਐਲਏ ਦੇ ਸਲਤਨਤ ਦੇ ਨਜ਼ਰੀਏ ਤੋਂ ਗੱਲ ਕਰਦਾ ਸੀਗਾ। ਸਾਡੇ ਇੱਥੇ ਬੇਸ਼ੁਮਾਰ ਤਾਕਤਾਂ ਦਾ ਸਰਬਰਾਹ ਮੰਨਿਆ ਜਾਂਦਾ ਐਮਐਲਏ ਨੂੰ, ਔਰ ਇੱਥੋਂ ਹੀ ਸਾਰਾ ਸਿਆਸੀਕਰਨ ਹੁੰਦਾ ਹੈ। ਥੱਲੇ ਥਾਣੇ ਤੋਂ ਲੈ ਕੇ ਥਾਣੇ ਦੇ ਸਭ ਤੋਂ ਨੀਚਲਾ ਸਤਰ ਜਿਹੜਾ ਮੁਨਸ਼ੀ ਦਾ ਹੁੰਦਾ ਹੈ, ਉੱਥੋਂ ਡੀਜੀਪੀ ਤੱਕ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੰਦਾ ਲੱਗ ਜੇ, ਔਰ ਜਦੋਂ ਸਾਡਾ ਬੰਦਾ ਹੋਊਗਾ ਤੇ ਫਿਰ ਉਹ ਸਾਡੇ ਅਨੁਸਾਰ ਚੱਲੂਗਾ। ਉਹ ਸੰਵਿਧਾਨਕ ਦਾਇਰਿਆਂ ਦੇ ਵਿੱਚ ਤਾਂ ਅਸੀਂ ਹੁਣ ਮੈਚ ਖਾਨਾ ਪੂਰਤੀ ਰੱਖ ਲਈ। ਮੈਨੂੰ ਇਹ ਜ਼ਰੂਰ ਦੱਸੋ, ਕਿਉਂਕਿ ਇਹ ਇੱਕ ਬੜਾ ਵੱਡਾ ਪਹਿਲੂ ਆ, ਜਦੋਂ ਹੁਣ ਪੰਜਾਬ ਦੇ ਵਿੱਚ ਬਦਲਾਅ ਸੱਚਮੁੱਚ ਵਾਪਰ ਚੁੱਕਿਆ, ਹਾਲਾਂਕਿ ਇਸ ਬਦਲਾਅ ਨੇ ਜ਼ਮੀਨੀ ਤੌਰ ਤੇ ਅਸਰ ਦਿਖਾਉਣਾ ਹੈ। ਇਹ ਵੀ ਲੋਕ ਬਹੁ ਗਿਣਤੀ ਉੱਥੋਂ ਹੀ ਆਏ ਆ। ਇਹ ਲੋਕ ਮੇਰੇ ਖਿਆਲ 30% ਦੇ ਲੋਕ ਦੂਜੀਆਂ ਪਾਰਟੀਆਂ ਦੇ ਵਿੱਚੋਂ ਟਿਕਟ ਲਈ ਆ ਕੇ ਇਹਨਾਂ ਨੇ, ਪਰ ਫਿਰ ਵੀ ਬਦਲਾਅ ਦਾ ਨਾਂ ਤਾਂ ਹੈਗਾ। ਸੋ ਇੱਕ ਐਮਐਲਏ ਦੀ ਤਾਕਤ ਨੂੰ ਜੇਕਰ ਅਸੀਂ ਦੇਖਦੇ ਹਾਂ ਤਾਂ ਉਹਦੇ ਨਾਲ ਸਮਾਨਾਂਤਰ ਉਹਦੀਆਂ ਕੋਈ ਜ਼ਿੰਮੇਵਾਰੀਆਂ ਹੋਣਗੀਆਂ। ਮੈਂ ਸਮਝਣ ਦੀ ਬਥੇਰੀ ਕੋਸ਼ਿਸ਼ ਕੀਤੀ ਆ, ਮੈਨੂੰ ਨਹੀਂ ਸਮਝ ਆਈ ਕਿ ਕੋਈ ਵਿਧਾਨਕ ਤੌਰ ਤੇ ਵਿਧਾਨ ਸਭਾ ਵੱਲੋਂ ਜਾਂ ਸਰਕਾਰਾਂ ਵੱਲੋਂ ਐਮਐਲਏ ਨੂੰ ਕੋਈ ਡਿਊਟੀ ਦਿੱਤੀ ਜਾਂਦੀ ਹੈ। ਕੋਈ ਇਹਨਾਂ ਨੂੰ ਜਿਹੜੀਆਂ ਭੱਤੇ ਮਿਲਦੇ ਆ, ਮੇਰੇ ਖਿਆਲ ਜੇ ਇਹ ਸਵੇਰ ਤੋਂ ਸ਼ਾਮ ਤੱਕ ਗੱਡੀ ਚਲਾਉਂਦੇ ਹੋ ਤਾਂ ਤੇਲ ਵੀ ਮਿਲਦਾ ਹੈ, ਇਹਨਾਂ ਨੂੰ ਫੋਨ ਵਰਤਣ ਦਾ ਭੱਤਾ ਮਿਲਦਾ ਹੈ ਤੇ ਬਾਕੀ ਤਨਖਾਹਾਂ। ਲੇਕਿਨ ਹੁਣ ਤੱਕ ਜਿੰਨੂੰ ਵੀ ਸਹੂਲਤਾਂ ਮਿਲੀਆਂ ਸਰਕਾਰੀ, ਉਹਦਾ ਨਾਲ ਕੰਮ ਨਿਰਧਾਰਤ ਕੀਤਾ ਗਿਆ। ਇਹਨੂੰ ਕੰਮ ਨੂੰ ਕਿਵੇਂ ਦੇਖੀਏ, ਕਿਉਂਕਿ ਤੁਹਾਡੀ ਸਾਰੀ ਉਮਰ ਸਿਆਸਤਦਾਨਾਂ ਚ ਲੰਘੀ, ਮੈਨੂੰ ਸਮਝਾ ਦਿਓ ਜਰਾ ਮੇਰੇ ਲਈ। ਅਸਲ ਦੇ ਵਿੱਚ ਤਾਂ ਜੇ ਆਪਾਂ ਦੇਖੀਏ ਰੰਧਾਵਾ ਜੀ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ ਉਹ ਐਮਐਲਏ ਜਿਹੜਾ, ਉਹ ਵਿਧਾਨ ਘੜਨੀ ਕਾਨੂੰਨ ਘੜਨੀ ਸਭਾ ਦਾ ਮੈਂਬਰ ਹੈ। ਕਾਨੂੰਨ ਘੜਨੀ ਸਭਾ ਦਾ ਮੈਂਬਰ, ਉਹਦਾ ਪ੍ਰਾਈਮ ਕੰਮ ਕੀ ਹੋ ਗਿਆ, ਮੇਨ ਕੰਮ ਇਹ ਹੋ ਗਿਆ ਮਤਲਬ ਕਾਨੂੰਨ ਕਿਹੋ ਜਿਹੇ ਹੋਣੇ ਚਾਹੀਦੇ ਨੇ, ਪੁਰਾਣੇ ਜਿਹੜੇ ਗਲਤ ਕਾਨੂੰਨ ਨੇ ਉਹਨਾਂ ਨੂੰ ਰਿਵਿਊ ਕਰਨਾ, ਜਾਂ ਨਵੇਂ ਕਾਨੂੰਨ ਲੋਕਾਂ ਦੇ ਪੱਖ ਦੇ ਕਿਹੜੇ ਨੇ ਇਹਦੇ ਤੇ ਸੋਚਣਾ, ਪੜ੍ਹਨਾ, ਲਿਖਣਾ ਤੇ ਉਹਦੇ ਚ ਜਾ ਕੇ ਬਹਿਸ ਕਰਨਾ, ਉਹਨਾਂ ਕਾਨੂੰਨਾਂ ਤੇ ਸਾਰਾ ਆਪਣਾ ਧਿਆਨ ਕੇਂਦਰਿਤ ਕਰਨਾ, ਮੇਨ ਪ੍ਰਾਈਮ ਕੰਮ ਇਹ ਹੈ। ਦੂਜਾ ਕੰਮ ਇਹ ਹੈ ਕਿ ਜਦੋਂ ਤੁਸੀਂ ਅਸੈਂਬਲੀ ਦੇ ਵਿੱਚ ਜਾਂਦੇ ਹੋ ਤੇ ਜੀ, ਉਹਦੇ ਲਈ ਲੋਕਾਂ ਦੇ ਆਪਣੇ ਹਲਕੇ ਦੇ ਤੇ ਮੁੱਦੇ ਉਠਾਉਣਾ ਤੇ ਬਾਕੀ, ਉਹਦੇ ਲਈ ਜ਼ੀਰੋ ਆਵਰ ਬਣਿਆ ਹੋਇਆ ਹੈ। ਉਹਦੇ ਲਈ ਜ਼ੀਰੋ ਆਵਰ ਤਾਂ ਤੁਸੀਂ ਕੋਈ ਵੀ ਮੁੱਦਾ ਜਦ ਮਰਜੀ ਕਰ ਸਕਦੇ ਹੋ। ਉਹਦੇ ਲਈ ਧਿਆਨ ਦਵਾਊ ਮਤਿਆਂ ਦਾ ਇੱਕ ਟਾਈਮ ਹੈ ਕਿ ਤੁਸੀਂ ਲਿਖ ਕੇ ਦਿੰਦੇ ਹੋ ਕਿ ਆ ਬਹੁਤ ਅਰਜੈਂਟ ਮਤਾ ਹੈ, ਇਹਦੇ ਲਈ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਉਹਦੇ ਲਈ ਕੰਮ ਰੋਕੂ ਮਤੇ ਤੁਸੀਂ ਪੇਸ਼ ਕਰ ਸਕਦੇ ਹੋ, ਗਵਰਨਮੈਂਟ ਨੂੰ ਕਹਿ ਸਕਦੇ ਹੋ ਕਿ ਐਸੇ ਤੇ ਹੀ ਹੁਣੇ ਕੰਮ ਸਾਰੇ ਰੋਕ ਕੇ ਤੇ ਇਸ ਮੁੱਦੇ ਤੇ ਬਹਿਸ ਹੋਣੀ ਚਾਹੀਦੀ ਹੈ, ਇਹ ਬਹੁਤ ਇੰਪੋਰਟੈਂਟ ਮੁੱਦਾ ਹੈ। ਫਿਰ ਤੁਸੀਂ ਕਮੇਟੀਆਂ ਦੇ ਮੈਂਬਰ ਹੁੰਦੇ ਹੋ ਜਿਹੜੇ ਐਮਐਲਏ ਹੋ, ਜਿਹੜੀਆਂ ਗੱਲਾਂ ਕਈ ਵਾਰ ਸਦਨ 'ਚ ਨਹੀਂ ਹੁੰਦੀਆਂ, ਕਿੰਨੀਆਂ ਹੀ ਕਮੇਟੀਆਂ ਬਣਦੀਆਂ ਨੇ। ਪਬਲਿਕ ਅਕਾਊਂਟਸ ਕਮੇਟੀ ਬਣਦੀ ਹੈ ਜਿਹੜੀ ਲੇਖਿਆਂ ਦਾ ਹਿਸਾਬ ਰੱਖਦੀ ਹੈ ਕਿ ਕਿੱਥੇ ਕਿੱਥੇ ਗਵਰਨਮੈਂਟਾਂ ਨੇ ਖਰਚ ਕੀਤਾ, ਗਵਰਨਮੈਂਟਾਂ ਤੇ ਚੈਕਿੰਗ ਦੇ ਜਿਹੜੇ ਮਾਮਲੇ ਨੇ। ਫਿਰ ਕਈ ਵੱਡੇ ਮੁੱਦੇ ਨੇ ਜਿਹੜੇ ਵੈਸੇ ਨਹੀਂ ਸੁਲਝਦੇ, ਉਹਦੇ ਤੇ ਸਪੈਸ਼ਲ ਕਮੇਟੀਆਂ ਬਣਾ 12.5 ਮਿੰਟ ਦੇ ਵਿੱਚ 10-10 ਕਾਨੂੰਨ ਪਾਸ ਹੁੰਦੇ ਨੇ, ਜਿਹਦੇ ਤੇ ਕਾਨੂੰਨ ਘੜਨੀ ਸਭਾ ਦੇ ਵਿੱਚ ਤਾਂ ਚਰਚਾ ਹੀ ਨਹੀਂ ਕੋਈ ਹੁੰਦੀ, ਨਾ ਉਹਨੂੰ ਪਤਾ ਹੁੰਦਾ ਕਿ ਮੈਂ ਗੱਲ ਕੀ ਕਰਨੀ ਹੈ, ਨਾ ਕੋਈ ਕਰਾਉਣਾ ਚਾਹੁੰਦਾ ਗਵਰਨਮੈਂਟ। ਉਹਦੇ ਤੇ ਅਸਰਟ ਜੀ, ਨਹੀਂ ਕਰਦੇ ਐਮਐਲਏ ਆਪਣੇ ਆਪ ਦੇ ਵਿੱਚ। ਔਰ ਅਗਲੀ ਗੱਲ ਇਹ ਹੈ ਕਿ ਉਹ ਜਿਹੜਾ ਬਾਕੀ ਦਾ ਫਿਰ ਕੰਮ ਦੇਖਣਾ ਚਾਹੁੰਦੇ ਨੇ, ਉਹ ਕਹਿੰਦਾ ਵੀ ਮੈਨੂੰ ਇਹੋ ਜਿਹਾ ਕੰਮ ਦਿਓ ਹੂੰ, ਜਿਹੜੇ ਕੰਮ 'ਚ ਲੋਕ ਮੇਰੀ ਆਓ ਭਗਤ ਕਰਨ, ਲੋਕ ਮੈਨੂੰ ਸੱਦਣ, ਮੇਰੇ ਕਹੇ ਤੇ ਥਾਣੇਦਾਰ ਲੱਗੇ, ਮੇਰੇ ਕਹੇ ਤੇ ਮੁਨਸ਼ੀ ਲੱਗੇ, ਮੇਰੇ ਕਹੇ ਤੇ ਡੀਐਸਪੀ ਲੱਗੇ। ਪਿੱਛੇ ਤਾਂ ਫਿਰ ਇੱਕ ਗੱਲ ਕਰ ਹੀ ਦਿੱਤੀ ਸੀ ਜਦੋਂ ਅਕਾਲੀ ਦਲ ਦਾ ਇੱਕ ਸੈਟਅਪ ਆਇਆ ਸੀ, ਇਹਨਾਂ ਨੇ ਨਾ ਸਟੱਡੀ ਲਈ ਇੱਕ ਟੀਮ ਭੇਜੀ ਸੀ ਇੱਧਰੋਂ ਕਿ ਵੈਸਟ ਹੂੰ, ਬੰਗਾਲ ਦੇਖ ਕੇ ਆਓ। ਉਦੋਂ ਤੱਕ ਉਹ ਕਾਮਰੇਡਾਂ ਦੀ ਸਰਕਾਰ ਸੀ, ਲੰਮਾ ਸਮਾਂ ਚੱਲੀ ਸੀ, ਕਿਵੇਂ ਕਰਦੇ ਜੀ, ਨੇ। ਉਹਨਾਂ ਨੇ ਜੀ, ਕਿਹਾ ਵੀ ਇਹ ਤਾਂ ਪਾਰਟੀ ਦਾ ਲੋਕਲ ਵਾਰਡ ਦਾ ਕਰਿੰਦਾ ਤੇ ਪਿੰਡ ਦੇ ਕਰਿੰਦੇ ਦੇ ਰਾਹੀਂ ਕੰਮ ਹੁੰਦੇ ਨੇ, ਤਾਂ ਕਿ ਪਾਰਟੀ ਮਜ਼ਬੂਤ ਰਹਿੰਦੀ ਹੈ, ਲੋਕ ਉਸ ਰਸਤੇ ਦੀ ਆਉਂਦੇ ਨੇ। ਤੇ ਹੂੰ, ਫਿਰ ਅਕਾਲੀ ਦਲ ਨੇ ਉਹ ਹਲਕਾ ਇੰਚਾਰਜ ਦੀ ਜਿਹੜੀ ਇੱਕ ਰਵਾਇਤ ਸ਼ੁਰੂ ਕੀਤੀ ਸੀ
ਤੇ ਹਰ ਕੰਮ, ਹਰ ਅਫਸਰ, ਹਰ ਮੁਲਾਜ਼ਮ ਪਾਰਟੀ ਦੇ ਕਹੇ ਤੇ ਲਾਉਣ ਦੀ ਗੱਲ ਸ਼ੁਰੂ ਕੀਤੀ। ਉਹਨੇ ਸਾਡਾ ਪ੍ਰਸ਼ਾਸਨਿਕ ਢਾਂਚਾ ਜਿਹੜਾ ਮਾੜਾ ਮੋਟਾ ਸੀ ਉਹ ਵੀ ਵਿਗਾੜਤਾ। ਫਿਰ ਚਾਹੇ ਉਦੋਂ ਬਾਅਦ ਕਾਂਗਰਸ ਆਈ, ਜਿਹੜੀ ਮਰਜ਼ੀ, ਹਰ ਇੱਕ ਹੀ ਉਸ ਤਰੀਕੇ ਦਾ ਕੰਮ ਕਰਨ ਲੱਗ ਗਈ। ਔਰ ਥਾਣਿਆਂ ਦੀ ਜਿਹੜੀ ਵਿਉਂਤਬੰਦੀ ਨਾ, ਡੀਐਸਪੀ ਲੈਵਲ ਦੇ ਜਿਹੜੇ ਸੀ, ਉਹ ਸਾਰੇ ਹਲਕਾ ਵਾਈਜ਼ ਕਰਤੇ ਸੀ ਕਿ ਹਲਕੇ 'ਚ ਇੱਕ ਡੀਐਸਪੀ ਹੋਏਗਾ। ਅੱਗੇ ਤਹਿਸੀਲ ਵਾਈਜ਼ ਹੁੰਦੇ ਸੀ, ਸਾਡੇ ਢਾਂਚੇ ਹੋਰ ਟਾਈਪ ਦੇ ਸੀ। ਉਹਦੇ ਨਾਲ ਫਿਰ ਕੀ ਕਰਦਾ, ਹੁਣ ਸਾਡਾ ਐਮਐਲਏ ਕੋਲ ਜਿਹੜਾ ਵੈਸੇ ਕੋਈ ਕੰਮ ਨਹੀਂ ਹੈ, ਬਿਨਾਂ ਵਿਧਾਨਕ ਤੇ ਬਿਨਾਂ ਇਹਨਾਂ ਕੰਮਾਂ ਤੋਂ, ਜਾਂ ਉਹ ਪਬਲਿਕ ਫਿਗਰ ਹੈ, ਆਪਦਾ ਮੁੱਦਾ ਕਿਤੇ ਵੀ ਲਿਜਾ ਕੇ ਡੈਪੂਟੇਸ਼ਨ ਤੇ ਜਾਂ ਬਾਕੀ ਲੋਕਾਂ 'ਚ ਉਠਾ ਸਕਦਾ, ਪਰ ਉਹ ਚਾਹੁੰਦਾ ਐਗਜੈਕਟਿਵ ਪਾਵਰ, ਜਿਹੜੀ ਹਾਂ। ਜਿਹੜੀ ਪ੍ਰਸ਼ਾਸਨਿਕ ਕੋਲ ਆ ਜਾਂ ਬਾਕੀ ਦੇ ਕੋਲ ਆ, ਕਿ ਮੇਰਾ ਦਸਤਖਤ ਚੱਲੇ, ਮੈਂ ਇੱਥੇ ਆਹ ਕਰਤਾ, ਮੈਂ ਆਹ ਕਰਤਾ। ਉਹ ਸੁਪਰਵਾਈਜ਼ਰੀ ਰੋਲ ਨਹੀਂ ਚਾਹੁੰਦਾ। ਉਹਦੇ ਨਾਲ ਫਿਰ ਉਹ ਕੀ ਕਰਦਾ, ਉਹ ਪਿੰਡ ਦੇ ਪੈਸੇ 'ਚ ਦਖਲ ਦਿੰਦਾ, ਜਾ ਕੇ ਸਰਪੰਚ ਨੂੰ ਕਹਿੰਦਾ, ਪੰਚਾਇਤ ਨੂੰ ਵੀ, ਨਹੀਂ ਤਾਂ ਆਹ ਕੰਮ ਕਰੋ, ਨਹੀਂ ਮੈਂ ਤੁਹਾਡੀ ਗ੍ਰਾਂਟ ਰੁਕਵਾ ਦੂੰਗਾ। ਉਹ ਫਿਰ ਜਾ ਕੇ ਬਲਾਕ ਦਫ਼ਤਰ ਦੇ ਵਿੱਚ ਵੀਡੀਓ ਨੂੰ ਕਹਿੰਦਾ, ਫਿਰ ਉਹ ਏਡੀਸੀ ਨੂੰ ਕਹਿੰਦਾ, ਫਿਰ ਉਹ ਡੀਸੀ ਨੂੰ ਕਹਿੰਦਾ, ਪੁਲਿਸ ਮਾਮਲੇ ਦੇ ਵਿੱਚ ਵੀ ਉਹੀ ਕਹਿੰਦਾ, ਨਹੀਂ ਮੈਂ ਤੁਹਾਡੀ ਟ੍ਰਾਂਸਫਰ ਕਰਾ ਦੂੰਗਾ, ਨਹੀਂ ਮੈਂ ਤੁਹਾਡੇ ਆਹ ਚੀਜ਼ਾਂ ਕਰੂੰਗਾ। ਉਹ ਸਾਰੇ ਕੰਮ ਨੇ ਇੱਕ ਐਡਾ ਮਿਲਗੋਭਾ, ਜਿਹੜਾ ਸਾਡਾ ਇੱਕ ਬੈਲੈਂਸ ਬਣਿਆ ਹੋਇਆ ਸੀ ਨਾ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ, ਇੱਕ ਦੂਜੇ ਤੇ ਚੈੱਕ ਐਂਡ ਬੈਲੈਂਸ ਹੁੰਦਾ ਸੀ। ਉਹ ਚੈੱਕ ਐਂਡ ਬੈਲੈਂਸ ਖੋ ਗਿਆ। ਹਰ ਬੰਦਾ ਉਹਦੇ ਵਿੱਚ ਇਨਵੋਲਵ ਹੋ ਗਿਆ ਐਗਜੈਕਟਿਵ ਕੰਮਾਂ ਦੇ ਵਿੱਚ। ਹੁਣ ਇਸੇ ਕਰਕੇ ਕੰਮ ਨਹੀਂ ਹੋ ਸਕਦੇ ਲੋਕਾਂ ਦੇ ਦਫ਼ਤਰਾਂ ਦੇ ਵਿੱਚ। ਤੁਸੀਂ ਪ੍ਰਸ਼ਾਸਨਿਕ ਤੌਰ ਤੇ ਜਦੋਂ ਦਖਲ ਇੰਨਾ ਵਧਾ ਦੋਗੇ, ਤਾਂ ਉਹਦੇ ਨਾਲ ਲੋਕ ਦਫ਼ਤਰ ਜਾਂਦੇ ਨੇ, ਲੋਕ ਕਹਿੰਦੇ ਨੇ ਐਮਐਲਏ ਸਾਹਿਬ ਤੋਂ ਕਹਾ ਕੇ ਆਓ ਜੀ। ਇਹ ਨਵੀਂ ਸਰਕਾਰ ਬਣੀ ਹੈ, ਤੁਹਾਡੇ ਸਾਹਮਣੇ ਹੈ ਜੀ। ਮੈਨੂੰ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ ਕਿਸੇ ਬੀਬੀ ਦਾ ਫੋਨ ਆਇਆ, ਉਹ ਮਨਰੇਗਾ ਦੀ ਮੇਟ ਹੈ, ਮਾੜੀ ਜੀ, ਮਤਲਬ ਮੇਟ ਜਿਹੜੀ ਉਹਨਾਂ ਦੀ ਹਾਜ਼ਰੀ ਲਾਉਂਦੀ ਹੈ ਨਰੇਗਾ 'ਚ ਕੰਮ ਕਰਨ ਵਾਲਿਆਂ ਦੀ। ਜੀ। ਉਹਨਾਂ ਨੂੰ ਏਡੀਸੀ ਦਫ਼ਤਰ ਤੋਂ ਕੰਮ ਮਿਲ ਗਿਆ, ਅਰਜੀ ਲਿਖੀ ਸੀ, ਕੰਮ ਮਿਲਿਆ। ਉਹ ਕਹਿੰਦੀ ਜੀ ਸਾਡੇ ਪਿੰਡ ਦੇ ਆਪ ਦੇ ਜਿਹੜੇ ਮੋਹਤਬਰ ਬੰਦੇ ਨੇ, ਉਹਨਾਂ ਨੇ ਰੱਖ ਲਿਆ ਮਾਸਟਰ ਰੋਲ। ਉਹ ਕਹਿੰਦੇ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦੇ, ਅਸੀਂ ਤੁਹਾਨੂੰ ਕੰਮ ਨਹੀਂ ਲੈਣ ਦਿੰਦੇ। ਇਹ ਦਖਲਅੰਦਾਜ਼ੀ ਹੋ ਗਈ ਹੈ। ਤੁਸੀਂ ਦੇਖੋ ਐਮਐਲਏ ਉਦੋਂ ਬਾਅਦ ਦੀ ਗੱਲ ਹੈ, ਅਜੇ ਵਰਕਰ ਵੀ ਉਸ ਪੱਧਰ ਦੇ, ਜਿਵੇਂ ਟਰੱਕ ਯੂਨੀਅਨਾਂ ਤੁਸੀਂ ਦੇਖਿਆ ਨੇ ਪਿਛਲੇ ਦਿਨਾਂ 'ਚ ਜੋ ਬਿਲਕੁਲ, ਮਾਮਲਾ ਹਾਂ, ਹੋਇਆ, ਬਿਲਕੁਲ, ਹਾਂ, ਐਮਐਲਏ ਬਿਲਕੁਲ, ਜਾਂਦੇ ਬਿਲਕੁਲ। ਰਹੇ, ਉਹ ਕਹਿੰਦੇ ਨੇ ਵੀ ਸਾਡਾ ਵੀ ਉਹੀ। ਇੱਕ ਇਦੋਂ ਵੀ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਮੰਤਰੀ ਮੰਡਲ ਦੀਆਂ ਵੰਡੀਆਂ ਨਾ, ਇਹ ਕਿ ਆਹ ਮਿਨਿਸਟਰ ਹੋਣਗੇ, ਹੂੰ। ਉਹ ਇੱਕ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਨੇ ਗੱਡੀਆਂ ਦੇਣੀਆਂ ਹੁੰਦੀਆਂ ਨੇ, ਉਹ ਇੱਕ ਅਫਸਰ ਨੇ ਮੈਨੂੰ ਦੱਸਿਆ, ਉਹ ਕਹਿੰਦਾ ਵੀ ਇੱਕ ਮੰਤਰੀ ਆ ਕੇ ਖੜਾ ਹੋ ਗਿਆ ਵੀ ਮੈਨੂੰ ਉਹ ਸ਼ੇਰਾਂ ਵਾਲੀ ਗੱਡੀ ਦਿਓ ਜੀ ਜ਼ਰੂਰ ਮੈਨੂੰ ਤਾਂ। ਕਹਿੰਦਾ ਅੱਛਾ। ਮੈਂ ਹੱਸ ਕੇ ਕਿਹਾ ਵੀ ਤੁਹਾਨੂੰ ਸ਼ੇਰ ਵਾਲੀ ਉਹ ਮਿਲਣੀ ਹੈ ਜੀ, ਤੁਸੀਂ ਮਿਨਿਸਟਰ ਬਣ ਗਏ, ਹੁਣ ਤੁਹਾਨੂੰ ਸ਼ੇਰਾਂ ਵਾਲੀ ਉਹ ਮਿਲਣੀ ਹੈ ਗੱਡੀ। ਵਾਹ, ਵਾਹ! ਮਤਲਬ ਤੁਸੀਂ ਲੈਵਲ ਦੇਖੋ, ਜਿਹੜਾ ਇੱਕ ਪਾਵਰ ਦੀ ਜਿਹੜੀ ਇੱਕ ਚਾਹਤ ਹੈ, ਹਾਂ। ਇੱਕ ਲੋਕ ਸੇਵਾ ਦੀ ਚਾਹਤ ਹੈ, ਇੱਕ ਪਾਵਰ ਦੀ ਚਾਹਤ। ਪਾਵਰ ਦੀ ਚਾਹਤ ਦੇ ਵਿੱਚ ਹੋਰ ਹੈ, ਇੱਕ ਹੋਰ ਹਲਕੇ ਦੇ ਵਿੱਚ ਮੈਨੂੰ ਪੱਕਾ ਪਤਾ, ਕਿਉਂਕਿ ਹੁਣ ਉਹੀ ਗੱਲ ਹੋ ਗਈ, ਸੋਸ਼ਲ ਮੀਡੀਆ ਤੇ ਵੀ ਚੱਲ ਪਿਆ ਇੱਕ ਤੱਕ, ਵੀ ਜੇ ਕਿਸੇ ਦੇ ਕੰਮ ਆਉਣਾ, ਮੇਰਾ ਆਹ ਮੁੰਡਾ ਹੈ, ਮੁੰਡੇ ਦਾ ਮੇਰਾ ਆਹ ਟੈਲੀਫੋਨ ਨੰਬਰ ਹੈ, ਤੁਸੀਂ ਇਹਨੂੰ ਕਹਿਣਾ ਆ ਕੇ, ਹੋਰ ਕਿਸੇ ਕੋਲ ਨਹੀਂ ਜਾਣਾ। ਮਤਲਬ ਉਹ ਤਾਂ ਬਲਗਣਾ ਉਹ ਜਿਹੜੀ ਰਵਾਇਤ ਹੈ, ਹੂੰ। ਇਹ ਕੱਲੀ ਐਮਐਲਏ ਤੱਕ ਨਹੀਂ ਸੀਮਤ। ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਐਮਐਲਏ ਤਾਂ ਫਿਰ ਵੀ ਇੱਕ ਇਲੈਕਟਡ ਨੁਮਾਇੰਦਾ ਹੈ। ਉਹ ਮਾੜਾ ਮੋਟਾ ਉਹਦੀ ਲੋਕ ਮੰਨ ਲੈਂਦੇ ਨੇ ਵੀ ਚਲੋ ਤੈਨੂੰ ਤਾਂ ਇੰਨਾ ਕਿ ਅਸੀਂ ਕਰ ਦਿੰਦੇ ਆ, ਤੂੰ ਚਾਹੁੰਦਾ ਉਧਰ। ਉਹਦਾ ਪਰਿਵਾਰ ਵੀ ਉਵੇਂ ਹੀ, ਜੇ ਉਹਦਾ ਵਕਤ ਸਾਰਾ ਕਾਰਗੁਜ਼ਾਰੀ ਹੇਠਾਂ ਤੱਕ ਉਸ ਤਰੀਕੇ ਦੀ ਹੋਣ ਲੱਗ ਜਾਏਗੀ, ਤਾਂ ਜਿਹੜਾ ਬਦਲਾਅ ਦੀ ਲੋਕ ਗੱਲ ਕਰਦੇ ਨੇ ਕਿ ਥੋੜਾ ਬਦਲਾਅ ਵਿਵਹਾਰ 'ਚ ਵੀ ਆਉਣਾ ਚਾਹੀਦਾ ਹੈ, ਕੋਈ ਲੋਕਾਂ ਦੇ ਸੱਦ-ਪੁੱਛ ਦੇ ਵਿੱਚ ਵੀ ਆਉਣਾ ਚਾਹੀਦਾ ਹੈ। ਉਹਦੇ ਤੇ ਫਿਰ ਸਵਾਲ ਖੜੇ ਹੋ ਜਾਂਦੇ ਨੇ ਬਹੁਤ ਵੱਡੇ, ਕਿ ਨਹੀਂ ਇਹ ਬੜਾ ਵੱਡਾ ਅਜੇ ਮਾਮਲਾ, ਹਜੇ ਤਾਂ ਟਾਈਮ ਹੀ ਨਹੀਂ ਹੋਇਆ ਕੁਝ, ਅਜੇ ਤਾਂ 1 ਮਹੀਨਾ ਹੋਇਆ ਹੈ, ਅਜੇ ਤਾਂ ਅੱਗੇ ਗੱਲ ਤੁਰਨੀ ਹੈ ਉਸ ਪੱਧਰ ਦੇ ਉੱਤੇ, ਅਸੀਂ ਜਾਣਾ ਕਿੱਧਰ ਨੂੰ ਹੈ। ਮੈਨੂੰ ਲੱਗਦਾ ਜੇ ਪਾਰਟੀ ਜਾਂ ਉਹਨਾਂ ਦੀਆਂ ਸਰਕਾਰਾਂ ਚਾਹੁੰਦੀਆਂ ਨੇ, ਤਾਂ ਉਹਨਾਂ ਦੀ ਟ੍ਰੇਨਿੰਗ ਦੀ ਵੀ ਲੋੜ ਹੈ ਬਹੁਤ ਜ਼ਿਆਦਾ। ਔਰ ਦੂਜੀ ਗੱਲ, ਟ੍ਰੇਨਿੰਗ ਤੋਂ ਇਲਾਵਾ ਇੱਕ ਇਸ ਐਂਗਲ ਦੀ ਵੀ ਗੱਲ ਹੈ। ਇੱਕ ਘਟਨਾ ਵਾਪਰੀ ਹੈ, ਇੱਕ ਮਿਨਿਸਟਰ ਦੇ ਘਰ ਦੇ ਮੂਹਰੇ ਆਮ ਆਦਮੀ ਪਾਰਟੀ ਦੇ ਲੋਕਲ ਵਰਕਰ ਬੈਠੇ ਨੇ, ਉਹ ਮਤਲਬ ਅਹੁਦੇਦਾਰ ਨੇ, ਐਸੀ ਗੱਲ ਨਹੀਂ ਕਿ ਨਾਰਮਲ ਬੰਦੇ ਨੇ, ਅਹੁਦੇਦਾਰ ਨੇ ਮਲੋਟ ਤੋਂ। ਉਹ ਅਹੁਦੇਦਾਰ ਸਸਪੈਂਡ ਕਰ ਦਿੱਤੇ ਗਏ ਨੇ, ਉਹਨਾਂ ਦੀ ਨਹੀਂ ਸੁਣੀ ਵੀ ਤੁਸੀਂ ਧਰਨਾ ਕਿਵੇਂ ਦੇ, ਉਹ ਕਹਿੰਦੇ ਵੀ ਸਾਡੀ ਨਹੀਂ ਸੁਣੀ ਜਾ ਰਹੀ ਪਹਿਲਾਂ ਦੀ ਤਰ੍ਹਾਂ, ਜਾਂ ਮੰਤਰੀ ਨਹੀਂ ਸੁਣ ਰਿਹਾ, ਜਾਂ ਜੋ ਵੀ ਮਰਜ਼ੀ ਨਹੀਂ ਸੁਣ ਰਿਹਾ, ਕੋਈ ਉਹਨਾਂ ਦੇ ਗਿਲੇ ਸਿਕਵੇ ਆਉਣਗੇ, ਤੇ ਉਹ ਗਿਲੇ ਸਿਕਵੇ ਐਡਰੈਸ ਕਰਨ ਦੀ ਬਜਾਏ ਤੁਸੀਂ ਉਹਨੂੰ ਸਸਪੈਂਡ ਕਰ ਦਿੰਦੇ ਹੋ, ਤਾਂ ਕਿ ਕੋਈ ਬੋਲੇ ਨਾ। ਤੁਸੀਂ ਸਰ ਉਹ ਬਹੁਤ ਦਿਲਚਸਪ ਹੋਇਆ, ਉਹਦੇ ਵਿੱਚ ਸੰਬੰਧਿਤ ਵਜ਼ੀਰ ਨੇ, ਉਸ ਡਾਕਟਰ ਬਲਜੀਤ ਕੌਰ ਨੇ ਆਪਣਾ ਪੀਏ, ਜਿਹੜੀ ਉਹਨਾਂ ਦੀ ਮੰਗ ਸੀ ਬੰਦਿਆਂ ਦੀ, ਉਹਨੂੰ ਬਦਲਤਾ। ਇਹਦਾ ਮਤਲਬ ਉਹ ਬੰਦੇ ਠੀਕ ਕਹਿ ਰਹੇ ਸੀ। ਜੇਕਰ ਤੁਸੀਂ ਉਹ ਬੰਦੇ ਠੀਕ ਸੀ, ਫਿਰ ਸਸਪੈਂਡ ਕਰਨ ਦੀ ਬਜਾਏ ਉਹਨਾਂ ਨੂੰ ਸ਼ਾਬਾਸ਼ ਦਿੰਦੇ। ਪਰ ਮੈਨੂੰ ਲੱਗਦਾ ਇਹ ਡਿਕਟੇਟਰਸ਼ਿਪ ਤਰੀਕਾ ਜਿਹੜਾ, ਇਹ ਉਹੀ ਆ ਜਿਹੜਾ ਬਾਦਲ ਕਿਆਂ 'ਚ ਚੱਲਦਾ ਸੀ, ਉਹੀ ਜਿਹੜਾ ਮਹਿਲ 'ਚ ਚੱਲਦਾ ਸੀਗਾ। ਬਦਲਾਅ ਤਾਂ ਕੱਖ ਨਾ ਹੋਇਆ। ਇਹ ਮੈਨੂੰ ਡਿਕਟੇਟਰਸ਼ਿਪ ਦੇ ਮਾਮਲੇ 'ਚ ਇਹ ਉਦੋਂ ਵੀ ਜ਼ਿਆਦਾ ਅੱਗੇ ਲੱਗੂਗੀ ਗੱਲ, ਕਿਉਂਕਿ ਇਹਦੇ 'ਚ
ਵਰਕਰ ਤੇ ਲੀਡਰ ਨਹੀਂ ਹੈ ਆਮ ਆਦਮੀ ਪਾਰਟੀ ਦਾ। ਜਿਹੜਾ ਜਿਹੜਾ ਇੱਕ ਸਟਰਕਚਰ ਹੈ ਨਾ, ਢਾਂਚਾ ਹੈ, ਸਭ ਪਾਰਟੀਆਂ ਦੇ ਵਿੱਚ ਇੱਕ ਲੀਡਰ ਹੁੰਦਾ, ਇੱਕ ਕਾਰਕੁਨ ਹੁੰਦਾ। ਕਾਰਕੁਨ ਦੇ ਅਧਿਕਾਰ ਹੁੰਦੇ ਨੇ, ਜਿਵੇਂ ਆਪਾਂ ਦੇਸ਼ ਦੇ ਵਿੱਚ ਕਹਿੰਦੇ ਆ ਨਾ, ਇੱਕ ਸਿਟੀਜ਼ਨ ਹੁੰਦਾ ਤੇ ਇੱਕ ਕਾਨੂੰਨ ਜਾਂ ਉਹਦੇ ਮੁਤਾਬਕ ਇੱਕ ਨਾਗਰਿਕ ਹੁੰਦਾ। ਨਾਗਰਿਕ ਦੇ ਤੌਰ ਤੇ ਉਹਦੇ ਹੱਕ ਨੇ ਕਿੰਨੇ ਹੀ, ਉਹ ਕੋਰਟ ਵੀ ਜਾ ਸਕਦਾ ਕਿ ਮੇਰੇ ਹੱਕ ਨੇ ਤੇ ਤੁਸੀਂ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਹੈ ਤੇ ਇੱਕ ਕਨਵੀਨਰ ਹੈ ਤੇ ਬਾਕੀ ਵਲੰਟੀਅਰ ਨੇ। ਵਲੰਟੀਅਰ ਸਵੈਚਕ ਹੁੰਦੇ ਨੇ, ਉਹਦਾ ਅਧਿਕਾਰ ਕੋਈ ਨਹੀਂ ਹੁੰਦਾ ਕਦੇ ਵੀ ਨਾ, ਜਦੋਂ ਆਪਾਂ ਦੇਖਦੇ। ਤੇ ਸਵੈਚਕ ਦਾ ਮਤਲਬ ਹੈ ਜੇ ਤਾਂ ਕੰਮ ਕਰਨਾ ਤਾਂ ਕਰੋ, ਨਹੀਂ ਤਾਂ ਨਾ ਕਰੋ। ਕਨਵੀਨਰ ਵਾਸਤੇ ਤੁਹਾਡਾ ਸੰਵਿਧਾਨ ਵੀ ਬਦਲ ਜਾਂਦਾ ਹੈ। ਕਨਵੀਨਰ ਵਾਸਤੇ 2 ਟਰਮ ਦੀ ਬਜਾਏ ਤੁਸੀਂ 3 ਟਰਮ ਕਨਵੀਨਰ ਵੀ ਰਹੋ। ਕਨਵੀਨਰ ਵਾਸਤੇ ਤੁਸੀਂ ਕਨਵੀਨਰ ਵੀ ਤੇ ਚੀਫ ਮਿਨਿਸਟਰ ਦੋਨੋਂ ਇੱਕੋ ਰਹਿ ਸਕਦੇ ਹੋ। ਪੰਜਾਬ 'ਚ ਵੀ ਚੀਫ ਮਿਨਿਸਟਰ ਤੇ ਪ੍ਰਧਾਨ ਵੀ ਰਹਿ ਸਕਦੇ ਹੋ ਤੇ ਦਿੱਲੀ 'ਚ ਵੀ ਚੀਫ ਮਿਨਿਸਟਰ ਤੇ ਕਨਵੀਨਰ ਰਹਿ ਸਕਦੇ ਹੋ। ਬਾਕੀ ਬੰਦਿਆਂ ਵਾਸਤੇ ਸਾਰੇ ਰੂਲ ਨੇ। ਜਿਹੜੀ ਮੇਨ ਗੱਲ ਆਉਂਦੀ ਉਹ ਰੂਲ ਆਪਦੇ ਲਈ ਨਹੀਂ ਹੈ। ਜੀ, ਡੈਮੋਕ੍ਰੇਸੀ ਜਿਹੜੀ ਇੱਕ ਵੇ ਆਫ ਲਾਈਫ ਹੈ। ਜਮਹੂਰੀਅਤ ਆਪਦੇ ਆਪ 'ਚ ਕੋਈ ਸ਼ਬਦ ਨਹੀਂ ਹੈ, ਉਹ ਜੀਵਨ ਜਾਂਚ ਦਾ ਨਾਮ ਹੈ। ਜੀਵਨ ਜਾਂਚ ਦਾ ਮਤਲਬ ਹੈ ਤੁਹਾਡਾ ਵਿਵਹਾਰ ਤੈਅ ਕਰਦਾ ਹੈ ਸੁੱਤੇ ਉੱਠਣ ਤੋਂ ਲੈ ਕੇ ਸੌਣ ਤੱਕ ਕਿ ਤੁਸੀਂ ਜਮਹੂਰੀ ਵਿਵਹਾਰ ਦੇ ਬੰਦੇ ਹੈਗੇ ਹੋ ਜਾਂ ਨਹੀਂ। ਖਾਸ ਤੌਰ ਤੇ ਤੁਸੀਂ ਕਮਜ਼ੋਰ ਨਾਲ ਵਿਵਹਾਰ ਕਿਹੋ ਜਿਹਾ ਕਰਦੇ ਹੋ, ਉਹ ਐਟੀਟਿਊਡ ਤੁਹਾਡਾ ਦੱਸਦਾ ਕਿ ਤੁਸੀਂ ਡੈਮੋਕ੍ਰੇਟਿਕ ਬੰਦੇ ਹੋ ਜਾਂ ਅਨਡੈਮੋਕ੍ਰੇਟਿਕ ਬੰਦੇ ਹੋ। ਕਈ ਵਾਰ ਜੀ, ਉੱਪਰਲੇ ਦੀ ਚਾਪਲੂਸੀ ਤਾਂ ਤੁਹਾਨੂੰ ਮਜਬੂਰੀ 'ਚ ਕਰਨੀ ਪੈਂਦੀ ਹੈ, ਤੇ ਹੇਠਲੇ ਬੰਦੇ ਕਿਵੇਂ ਮਹਿਸੂਸ ਕਰਦੇ ਨੇ, ਆਪਦਾ ਦਿਲ ਖੋਲ ਕੇ ਦੱਸ ਸਕਦੇ ਨੇ ਜਾਂ ਨਹੀਂ ਦੱਸ ਸਕਦੇ, ਬੇਡਰਤਾ ਦੇ ਨਾਲ ਆਪਣੀ ਗੱਲ ਕਹਿ ਸਕਦੇ ਨੇ ਜਾਂ ਨਹੀਂ ਕਹਿ ਸਕਦੇ, ਉਹ ਚੀਜ਼ਾਂ ਤੈਅ ਕਰਦੀਆਂ ਨੇ ਕਿ ਜਮਹੂਰੀਅਤ ਤੁਸੀਂ ਪਾਰਟੀਆਂ ਦੇ ਅੰਦਰ ਜਾਂ ਪਾਰਟੀ ਤੋਂ ਬਾਹਰ ਜਾਂ ਤੁਹਾਡੀ ਗਵਰਨਮੈਂਟ ਦੇ ਵਿੱਚ ਕਿਸ ਲੈਵਲ ਦੀ ਦੇ ਰਹੇ ਹੋ। ਇਸ ਕਰਕੇ ਉਹ ਢਾਂਚਾ ਜਿਹੜਾ ਜਮਹੂਰੀ ਢਾਂਚੇ ਦੀ ਗੱਲ ਹੈ, ਉਹ ਕਾਫੀ ਹੱਦ ਤੱਕ ਅਜੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਤੇ ਗੱਲ ਵੀ ਹੋ ਰਹੀ ਹੈ ਜਾਂ ਉਸ ਪਾਸੇ ਵੱਲ ਨੂੰ ਕੋਈ ਤੁਰਿਆ ਜਾ ਰਿਹਾ। ਅਸੀਂ ਅਗਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਲਗਾਤਾਰ ਗੱਲ ਕਰਾਂਗੇ। ਮੈਂ ਹੁਣ ਜਾਂਦੇ-ਜਾਂਦੇ ਇੱਕ ਤੁਹਾਡੀ ਟਿੱਪਣੀ ਲੈਣੀ ਆ। ਹਾਲਾਂਕਿ ਮੈਂ ਇਹਨੂੰ ਲੈ ਕੇ ਥੋੜਾ ਦੁਬਦਾ ਮਹਿਸੂਸ ਕਰਦਾ ਸੀਗਾ। ਜਿਵੇਂ ਭਗਵੰਤ ਮਾਨ ਇੱਕ ਅਨਾਉਂਸਮੈਂਟ ਕਰ ਦਿੰਦੇ ਆ ਕਿ ਅਸੀਂ ਜਿਹੜਾ ਕਰਜ਼ਾ ਚੜਿਆ ਇਹਦੀ ਜਾਂਚ ਕਰਾਉਣੀ ਹੈ। ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਕੋਈ ਪੈਸਾ ਕਰਜ਼ੇ ਦੇ ਰੂਪ ਵਿੱਚ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਹੈੱਡ ਚੋਂ ਕਿਸੇ ਹੈੱਡ 'ਚ ਹੀ ਆਉਂਦਾ ਹੈ ਤੇ ਉੱਥੋਂ ਮੁੜ ਕੇ ਜਿੱਥੇ ਖਰਚਿਆ ਜਾਂਦਾ ਉਹਦਾ ਵੀ ਆਡਿਟ ਹੁੰਦਾ ਰਹਿੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਚੋਂ ਕੁਝ ਨਿਕਲਣ ਵਾਲਾ ਹੈ? ਕਿਉਂਕਿ ਇਹਦੇ 'ਚ ਸਾਰੀ ਅਫਸਰਸ਼ਾਹੀ ਇਨਵੋਲਵ ਹੋਊਗੀ। ਪੰਜਾਬ ਦਾ ਪਿਛਲੇ 20 ਸਾਲਾਂ ਦਾ ਜਦੋਂ ਦਾ ਇਹ ਕਰਜ਼ੇ ਰੂਪੀ ਦੈਂਤ ਵਧਿਆ, ਉਹ ਸਾਰੇ ਦੇ ਸਾਰੇ ਲੋਕ ਸ਼ਾਮਲ ਹੋਣਗੇ ਜਿਹੜੇ ਹੁਣ ਵੀ ਮੌਜੂਦ ਆ। ਇੱਕ ਸਿਸਟਮ ਬਣਿਆ ਪਿਆ। ਤੁਹਾਨੂੰ ਲੱਗਦਾ ਹੈ ਕਿ ਇਹ ਮਹਿਜ ਜੁਮਲਾ ਸਾਬਤ ਹੋਊਗਾ? ਇਹਦੇ ਵਿੱਚ ਕੁਝ ਕੱਢਣ ਪਾਉਣ ਲਈ ਹੈਗਾ? ਪੰਜਾਬ ਦੇ ਲੋਕਾਂ ਦੀ ਦਿਲਚਸਪੀ ਜਗਿਆਸਾ ਬੜੀ ਇਸ ਗੱਲ 'ਚ ਕਿ ਪਤਾ ਨਹੀਂ ਕਿਹੜਾ ਸੱਪ ਨਿਕਲਣਾ, ਦੱਸਿਓ ਜ਼ਰਾ। ਨਹੀਂ, ਇਹਦੇ ਚੋਂ ਕੁਝ ਨਹੀਂ ਨਿਕਲ ਸਕਦਾ, ਪੁਰਾਣਾ ਵੀ ਕੁਝ ਨਹੀਂ ਨਿਕਲਿਆ ਕਿਉਂਕਿ ਇਹ ਕੋਈ ਅਨਅਕਾਊਂਟਡ ਮਨੀ ਤਾਂ ਹੈ ਨਹੀਂ। ਜਦੋਂ ਹੂੰ, ਅਮਰਿੰਦਰ ਸਿੰਘ ਗਵਰਨਮੈਂਟ ਆਈ ਆ, ਉਹਨਾਂ ਨੇ ਕਿਹਾ ਸੀ ਕਿ ਜਾਂਦੇ ਜਾਂਦੇ ਅਕਾਲੀ ਜਿਹੜੇ ਫੂਡ ਦੇ ਮਾਮਲੇ ਦਾ 31,000 ਕਰੋੜ ਰੁਪਈਆ ਕਰਜ਼ੇ ਚ ਪਾ ਗਏ ਸਾਨੂੰ, ਔਰ ਉਹਨਾਂ ਦੇ ਬੰਦਿਆਂ ਨੇ ਅਸਲ ਦੇ ਵਿੱਚ ਗਲਤੀ ਕੀਤੀ ਸੀ, ਅਸੀਂ ਉਹਦਾ ਜਾਂਚ ਕਰਾਵਾਂਗੇ। 31,000 ਕਰੋੜ ਦਾ ਜਿਹੜਾ ਐਡੀਸ਼ਨਲ ਕਰਜ਼ਾ ਇਮੀਡੀਏਟ ਆ ਗਿਆ ਸੀ, ਉਹਦਾ ਕੀ ਜੀ, ਨਿਕਲਿਆ? ਉਹੀ ਤੁਹਾਡਾ ਚੀਫ ਸੈਕਟਰੀ, ਉਹੀ ਤੁਹਾਡੇ ਪ੍ਰਿੰਸੀਪਲ ਸੈਕਟਰੀ, ਉਹੀ ਤੁਹਾਡੇ ਖੁਰਾਕ ਸੈਕਟਰੀ, ਉਹੀ ਤੁਹਾਡੇ ਬੰਦੇ ਨੈਗੋਸ਼ੀਏਸ਼ਨ ਵਾਲੇ। ਔਰ ਹੂੰ, ਜਿਵੇਂ ਪੀਪੀਏ ਸੀ, ਪਾਵਰ ਪਰਚੇਜ ਐਗਰੀਮੈਂਟ, ਪਾਵਰਕਾਮ ਦੇ, ਬਿਜਲੀ ਦੇ, ਜਦੋਂ ਇਹ ਕਹਿੰਦੇ ਸੀ ਨਾ ਅਸੀਂ ਇਹਨਾਂ ਨੂੰ ਤੋੜਾਂਗੇ ਵੀ ਇਹਦੀ ਜਾਂਚ ਵੀ ਕਰਾਵਾਂਗੇ, ਉਹ ਹੂੰ, ਕਿਵੇਂ ਹੋ ਜਾਂਦੇ ਉਸ ਗਵਰਨਮੈਂਟ ਦੇ ਵਿੱਚ? ਉਹੀ ਉਦੋਂ ਦਾ ਫਾਈਨਾਂਸ ਮਿਨਿਸਟਰ, ਉਹੀ ਪਾਵਰ ਸੈਕਟਰੀ, ਉਹੀ ਚੀਫ ਮਿਨਿਸਟਰ, ਸਾਰੇ ਬੰਦੇ ਹੀ ਉਹੀ ਨੇ। ਜੀ, ਜਿਹਨੂੰ ਪਰਮਾਨੈਂਟ ਗਵਰਨਮੈਂਟ ਕਹਿੰਦੇ ਆਪਾਂ। ਹੂੰ, ਪਰਮਾਨੈਂਟ ਗਵਰਨਮੈਂਟ ਕੌਣ ਹੈ? ਉਹ ਸਟੀਲ ਫਰੇਮ ਜਿਹਨੂੰ ਦੇਸ਼ ਦੀ ਕਿਹਾ ਜਾਂਦਾ, ਉਹ ਆਈਐਸ ਜਿਹੜੀ ਲੌਬੀ, ਜਿਹੜੀ ਬਹੁਤ ਵੱਡੇ ਪੱਧਰ ਦੀ। ਜੀ, ਇਹ ਵੀ ਕੀ ਕਰਦੇ ਨੇ? ਵੱਧ ਤੋਂ ਵੱਧ ਇਹੀ ਹੈ, ਦੋ ਨੂੰ ਇੱਧਰ ਲਾਤਾ, ਦੋ ਨੂੰ ਇੱਧਰ ਲਾਤਾ, ਇੱਧਰੋਂ ਟ੍ਰਾਂਸਫਰ ਕਰਤਾ, ਉਧਰ ਨੂੰ ਟ੍ਰਾਂਸਫਰ ਕਰਤਾ, ਬੰਦੇ ਤਾਂ ਉਹੀ ਨੇ। ਬਿਲਕੁਲ। ਤੇ ਜਾਂ ਤਾਂ ਇਹ ਕਹਿਣ ਵੀ ਇਹਨੂੰ ਅਸੀਂ ਟੰਗਤਾ ਜੀ, ਜਿਵੇਂ ਕਹਿੰਦੇ ਨੇ ਕਿ ਕੌਮ ਮਾਰ ਕੇ ਟੰਗਤਾ, ਆਉਂਦੇ ਵੀ ਤੁਸੀਂ ਆਹ ਇੱਕ ਬੜਾ ਵੱਡਾ ਐਕਸ਼ਨ ਕਰਤਾ ਫਲਾਣੇ ਵੱਡੇ ਹੂੰ, ਅਫਸਰ ਦੇ ਖਿਲਾਫ, ਫਿਰ ਜੀ, ਕੋਈ ਗੱਲ ਹੈ। ਔਰ ਆਮ ਆਦਮੀ ਪਾਰਟੀ ਨੇ ਜੇ ਇਸ਼ੂ ਉਠਾਇਆ ਸੀ ਪਹਿਲਾਂ ਪਿਛਲੇ ਸਾਰੀ ਟੈਨਿਓਰ ਚ, ਜਿਹੜਾ 5 ਸਾਲ ਵਿਰੋਧੀ ਧਿਰ, ਉਹ ਪੀਪੀਏ ਦਾ ਉਠਾਇਆ ਸੀ। ਜੇ ਮਾੜਾ ਜੀ, ਮੋਟਾ ਧਰਨਾ ਰੈਲੀ ਕੀਤੀ ਸੀ, ਕੀ ਉਹ ਪਾਵਰ ਪਰਚੇਜ ਐਗਰੀਮੈਂਟ ਹੁਣ ਸਾਇਲੈਂਟ ਹੋ ਗਏ ਨੇ, ਠੀਕ ਹੋ ਗਿਆ, ਹੁਣ ਨਹੀਂ ਹੈ ਉਹਦੇ ਚ ਕੋਈ ਪ੍ਰੋਬਲਮ? ਜੀ, ਜਿਹਦੇ ਚ ਕੀਤਾ ਜਾ ਸਕਦਾ, ਮਤਲਬ ਜਿਹਦੇ ਚ ਜਾਂਚ ਸੰਭਵ ਹੈ, ਜਿਹਦੇ ਚ ਐਡਵੋਕੇਟ ਜਨਰਲ ਨੇ ਟਿੱਪਣੀਆਂ ਲਿਖੀਆਂ ਹੋਈਆਂ ਨੇ, ਜਿਹਦੇ ਚ ਹੂੰ, ਆਲਰੇਡੀ ਤੱਥ ਅਵੇਲੇਬਲ ਨੇ, ਉਹਦੇ ਤੇ ਤਾਂ ਤੁਸੀਂ ਐਕਸ਼ਨ ਅਜੇ ਕਰਨ ਲਈ ਤਿਆਰ ਨਹੀਂ ਹੋ। ਤੇ ਜਿਹੜਾ ਅਕਾਊਂਟਡ ਮਨੀ, ਉਹ ਤਾਂ ਉਹ ਕਹਿ ਦੇਣਗੇ ਇਸ ਕੰਮ ਲਈ ਆਇਆ ਸੀ, ਇੰਨਾ ਵਿਆਜ ਹੈ, ਉਸ ਸਮੇਂ ਇੰਨਾ ਨਹੀਂ ਮਿਲ ਰਿਹਾ ਸੀ, ਤੁਸੀਂ ਦੱਸੋ ਜੀ ਕੀ ਕਰੋਗੇ? ਹੂੰ, ਉਹਦੇ ਚ ਕਿਹਨੂੰ ਕੀ ਫਾਂਸੀ ਟੰਗ ਦੋਗੇ ਨਾ? ਉਹ ਤਾਂ, ਇਹ ਤਾਂ ਐਡਮਿਨਿਸਟ੍ਰੇਸ਼ਨ ਦੇ ਤਰੀਕੇ ਨਾਲ ਕੰਮ ਚੱਲਦਾ। ਉਹਦੇ ਚੋਂ ਗਬਨ ਕੀਤਾ ਕਿਸੇ ਨੇ ਕਿਸੇ ਮਾਮਲੇ ਚ, ਉਹ ਉਦੋਂ ਬਾਅਦ ਜਾ ਕੇ ਖਰਚ ਚ ਤਾਂ ਕੋਈ ਕੀਤਾ ਜਾ ਸਕਦਾ, ਕਿਸੇ ਟਨਿਓਰ ਦੇ ਵਿੱਚ ਕਿਸੇ ਨੇ ਖਰਚ ਚ ਗਬਨ ਕੀਤਾ ਹੋਵੇ। ਪਰ ਕਰਜ਼ਾ ਲੈ ਲਿਆ, ਕਰਜ਼ਾ ਮੋੜਤਾ, ਇਹਦੇ ਚ ਤਾਂ ਕੋਈ ਜਾਂਚ ਵਾਲਾ ਕੰਮ ਨਹੀਂ ਨਾ ਉਸ ਪੱਧਰ ਦੇ।
ਨਹੀਂ ਪਰ ਸਰਦਾਰ ਇਸ ਸਾਹਿਬ ਜਿਹੜੀ ਕਰਕੇ ਜਿਹੜੀ ਗੱਲ ਇਹ ਪਬਲਿਕ ਜਿਹੜੀ ਕੰਜ਼ੰਪਸ਼ਨ ਲਈ ਠੀਕ ਨੇ, ਪੋਲੀਟੀਕਲੀ ਵੀ ਸ਼ਾਇਦ ਹੁਣ ਬੰਦੇ ਫਸਣਗੇ ਜੀ, ਬੰਦੇ ਅੰਦਰ ਜਾਣਗੇ, ਆ ਹੋ ਜਾਊਗਾ, ਆ ਹੋ ਜਾਊਗਾ, ਉਹ ਇੱਕ ਅਲੱਗ ਸਵਾਲ। ਵੈਸੇ ਜਿਹੜੀ ਗੱਲ ਤੁਸੀਂ 31,000 ਕਰੋੜ ਦੀ ਕੀਤੀ ਆ, ਉਹਨਾਂ ਦਿਨਾਂ 'ਚ ਬੜਾ ਰੌਲਾ ਸੀ ਕਿ ਪਹਿਲਾਂ ਤਾਂ ਇਹਨੂੰ 3 ਹਿੱਸਿਆਂ 'ਚ ਵੰਡ ਦਿੱਤਾ ਗਿਆ ਸੀ। ਜਦੋਂ ਪ੍ਰਧਾਨ ਮੰਤਰੀ ਦੇ ਟੇਬਲ ਤੇ ਬਾਦਲ ਸਾਹਿਬ ਆਪਣੇ ਲਾਮ ਲਸ਼ਕਰ ਨਾਲ ਪਹੁੰਚੇ, ਜਿਨ੍ਹਾਂ 'ਚ ਉਹਨਾਂ ਦਾ ਜਵਾਈ ਵੀ ਸੀਗਾ ਤੇ ਪਰਮਿੰਦਰ ਸਿੰਘ ਢੀਂਡਸਾ ਵੀ ਸੀ ਤੇ ਉਦੋਂ ਦੇ ਚੀਫ ਸੈਕਟਰੀ ਵੀ ਸੀ, ਤੇ ਉਦੋਂ ਪ੍ਰਧਾਨ ਮੰਤਰੀ ਚੀਫ ਸੈਕਟਰੀ ਦੇ ਦਿਵਾਲੇ ਹੀ ਹੋ ਗਏ, ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਜੀ ਉਹ ਠੀਕ ਨਹੀਂ ਕਰ ਰਹੇ, ਇਹ ਉਹ, ਔਰ ਥੱਲਿਓਂ ਸਾਰੀ ਨੈਗੋਸੀਏਸ਼ਨ ਹੋ ਗਈ ਸੀ। ਅਖੀਰ ਦੇ ਵਿੱਚ ਬਾਦਲ ਸਾਹਿਬ ਨੇ ਜਦੋਂ ਇਹ ਕਿਹਾ ਵੀ ਇਹ ਦੇਖ ਲਓ ਜੀ, ਕਹਿੰਦੇ ਜੀ ਬਾਦਲ ਸਾਹਿਬ ਇਹ ਨਹੀਂ ਹੋਣਾ, ਤੇ ਉਹ ਬੜੀ ਅਜੀਬ ਸਥਿਤੀ 'ਚ ਉੱਥੋਂ ਨਿਕਲੇ ਸੀਗੇ। ਹਾਲਾਂਕਿ ਉਹ ਕਿਸੇ ਪੰਜਾਬ ਦੇ ਸਿਰ ਦਾ ਕਰਜ਼ਾ ਨਹੀਂ ਸੀ, ਉਹ ਬੈਂਕਾਂ ਔਰ ਐਫਸੀਆਈ ਅਤੇ ਪੰਜਾਬ ਦੀਆਂ ਪ੍ਰੋਕਿਉਰਮੈਂਟ ਏਜੰਸੀਆਂ 'ਚ ਬਰਾਬਰ ਵੰਡਿਆ ਜਾਣਾ ਸੀ। ਜੇ ਘੱਟੋ ਘੱਟ ਇਹੀ ਕਰ ਸਕਣ ਵੀ 10-15,000 ਕਰੋੜ ਇਹੀ ਬਚਾ ਲੈਣ, ਇਹਦੇ ਉੱਤੇ ਜਾਂਚ ਕਰਾ ਲੈਣ ਜਾਂ ਇਹਨੂੰ ਹੀ ਨੈਗੋਸ਼ੀਏਸ਼ਨ 'ਚ ਦੁਬਾਰਾ ਪਾ ਲੈਣ, ਤੇ ਦੂਜੇ ਬੰਨੇ ਅਜੇ ਵੀ ਜਿਹੜਾ ਉਹ ਸਿੰਚਾਈ ਵਿਭਾਗ ਦਾ 1000 ਕਰੋੜ ਦਾ ਅਜੇ ਤੱਕ ਰੌਲਾ ਪੈਂਦਾ ਹੈ, ਨਾ ਤਾਂ ਉਹਦੇ 'ਚ ਕੋਈ ਅਫਸਰ ਟੰਗਿਆ ਗਿਆ, ਨਾ ਉਹਦੇ 'ਚ ਕੋਈ ਪੁਰਾਣਾ ਮੰਤਰੀ ਫੈਸਲੇ ਲੈਣ ਵਾਲਾ, ਅਖੇ ਜੀ ਉਹ ਪਰਮਿਸ਼ਨਾਂ ਵੀ ਕਦੇ ਨਹੀਂ ਮਿਲੀਆਂ। ਸੋ ਮੈਨੂੰ ਲੱਗਦਾ ਕਿ ਜਿਹੜੇ ਕੰਮ ਹੋਣ ਵਾਲੇ ਆ, ਸਭ ਤੋਂ ਪਹਿਲਾਂ ਉਹਨਾਂ ਦਾ ਨੂੰ ਤਰਜੀਹੀ ਤੌਰ ਤੇ ਕੋਈ ਫਹਿਰਿਸਤ ਬਣਾ ਲੈਣੀ ਚਾਹੀਦੀ ਹੈ। ਨਹੀਂ ਬਿਲਕੁਲ, ਇਹ ਤਾਂ ਅਮਰਿੰਦਰ ਸਿੰਘ ਦੀ ਗਵਰਨਮੈਂਟ ਵੇਲੇ ਵੀ 3 ਹਿੱਸਿਆਂ ਦੀ ਗੱਲ ਹੋਈ ਸੀ। ਕੇ.ਆਰ. ਲਖਨਪਾਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਇਹਨਾਂ ਨੇ, ਜਿਹੜੇ ਸਾਬਕਾ ਚੀਫ ਸੈਕਟਰੀ ਸੀਗੇ। ਇਹ ਜੀ ਨੈਗੋਸ਼ੀਏਸ਼ਨ ਵੀ ਹੋਏ ਗਵਰਨਮੈਂਟ ਆਫ ਇੰਡੀਆ ਦੇ ਅਫਸਰਾਂ ਨਾਲ। ਇਹ ਕਹਿੰਦੇ ਰਹੇ ਵੀ ਨੇੜੇ ਲੱਗੀ ਜੀ ਗੱਲ, ਹੁਣ ਤਾਂ 3 ਕਿਸ਼ਤਾਂ ਹੋ ਜਾਣਗੀਆਂ, ਵੀ ਇੱਕ ਗਵਰਨਮੈਂਟ ਆਫ ਇੰਡੀਆ ਦੇਗੀ ਜੀ, ਇੱਕ ਪੰਜਾਬ ਸਰਕਾਰ ਚਲੋ ਦੇ ਦੇਗੀ, ਤੇ ਇੱਕ ਹਿੱਸਾ ਚਲੋ ਐਫਸੀਆਈ ਆਪਣੇ ਤਰੀਕੇ ਨਾਲ ਮੈਨੇਜ ਕਰੇਗੀ। ਉਹ ਵੀ ਉੱਥੇ ਹੀ ਖੜਾ, ਉਹ ਕਿੱਥੇ ਖੜਾ, ਉਹ ਪਰਸੂ ਹੋ ਸਕਦਾ। ਬਿਲਕੁਲ ਤੁਹਾਡੀ ਗੱਲ ਹੈ ਕਿ ਜੇ ਕਿਸੇ ਲੈਵਲ ਤੇ 2 ਗਵਰਨਮੈਂਟਾਂ ਦੇ ਦੌਰਾਨ ਤੁਸੀਂ ਇੱਥੇ ਪਹੁੰਚੇ ਹੋ ਕਿ 3 ਹਿੱਸੇ ਕਰ ਲਓ, ਤਾਂ ਜੀ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਰੂਪ 'ਚ। ਜਿਹੜਾ ਉਹ ਇਰੀਗੇਸ਼ਨ ਡਿਪਾਰਟਮੈਂਟ ਵਾਲਾ ਸਕੈਂਡਲ ਹੈ, ਉਹ ਤਾਂ ਜਾਂਚ ਹੋਈ ਪਈ ਹੈ ਇੰਡਕਟਡ, ਉਹਦੇ ਤਾਂ ਪਰਮਿਸ਼ਨ ਹੀ ਹੈ ਕੇਵਲ ਬੰਦੇ ਮਤਲਬ ਫੜਨੇ ਨੇ ਤੇ ਬੰਦਿਆਂ ਤੇ ਮੁਕੱਦਮਾ ਚੱਲਣਾ। ਉਹ ਤਾਂ ਕੇਵਲ ਪਰਮਿਸ਼ਨ ਦੇਣੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਔਰ ਸਾਰਿਆ ਕੁਝ ਇਹ ਹੋਇਆ ਕਿ ਉਹਦੇ 'ਚ ਸਕੈਂਡਲ ਹੋ ਚੁੱਕੇ ਆ। ਤੇ ਜੇ ਵਾਕਈ ਕਰਪਸ਼ਨ ਫ੍ਰੀ ਗਵਰਨਮੈਂਟ ਹੈ, ਤਾਂ ਘੱਟੋ ਘੱਟ ਜੀ 'ਚ 3 ਕਾਫੀ ਇੰਪੋਰਟੈਂਟ ਆਈਐਸ ਅਫਸਰ ਇਨਵੋਲਵ ਨੇ, ਜਿਹੜੇ ਮਤਲਬ ਉਹ ਸਾਰੇ ਮਾਮਲੇ ਦੇ ਵਿੱਚ ਨੇ, ਤਾਂ ਉੱਥੋਂ ਸ਼ੁਰੂ ਕਰ ਦੇਣ। ਉਹ ਜਿਹੜਾ ਆਲਰੇਡੀ ਪਿਆ ਤੁਸੀਂ ਪਰਮਿਸ਼ਨ ਦੇ ਦਿਓ, ਬਸ ਮੁਕੱਦਮਾ ਚੱਲੇ, ਬਾਕੀ ਕੀ ਹੋਏਗਾ ਉਹ ਦੇਖੀ ਜਾਏਗੀ। ਪਰ ਔਰ ਮੈਨੂੰ ਇਹ ਲੱਗਦਾ ਵੀ ਚੀਜ਼ਾਂ ਨੇ ਜਿਹੜੀਆਂ ਇਹ ਜਿਨ੍ਹਾਂ ਤੋਂ ਮੇਰਾ ਖਿਆਲ ਹੈ ਸਟਾਰਟਿੰਗ ਪੁਆਇੰਟ ਕਿਤੋਂ ਉੱਥੋਂ ਕਰਨਾ ਚਾਹੀਦਾ, ਜਿਹੜਾ ਤੁਸੀਂ ਕਰਕੇ ਦਿਖਾ ਦਿਓ ਲੋਕਾਂ ਨੂੰ। ਉਹਦੇ ਨਾਲ ਥੋੜੀ ਜਿਹੀ ਉਮੀਦ ਵੱਝਦੀ ਹੈ, ਕੁਝ ਹੋਰ ਚੀਜ਼ਾਂ ਚੱਲਦੀਆਂ ਨੇ। ਬਲਕਿ ਤੁਸੀਂ ਐਲਾਨ ਕਰ ਦਿੰਦੇ ਹੋ, ਅਗਲੇ 1 ਮਹੀਨੇ ਬਾਅਦ ਉਹਦੀ ਹਕੀਕਤ ਹੋਰ ਨਿਕਲ ਆਉਂਦੀ ਹੈ। ਉਹਦੇ ਨਾਲ ਸਗੋਂ ਭਰੋਸੇਯੋਗਤਾ ਟੁੱਟਦੀ ਹੈ, ਖਤਮ ਹੁੰਦੀ ਹੈ, ਭਰੋਸੇਯੋਗਤਾ ਬਣਦੀ ਨਹੀਂ ਹੈ ਸਰਕਾਰਾਂ ਦੀ। ਮੈਨੂੰ ਲੱਗਦਾ ਇਹਨਾਂ ਨੂੰ ਵੱਡੀ ਸੁਰਖੀ ਚਾਹੀਦੀ ਹੁੰਦੀ ਆ, ਹੋਰ ਕੁਝ ਨਹੀਂ ਸਿਆਸਤਦਾਨ ਨੂੰ ਚਾਹੀਦਾ। ਲੇਕਿਨ ਆਖਰੀ ਟਿੱਪਣੀ ਨਾਲ ਅਸੀਂ ਇਹਨੂੰ ਵਿਰਾਮ ਦੇਵਾਂਗੇ ਅੱਜ। ਮੈਨੂੰ ਇੰਜ ਇਹ ਵੀ ਲੱਗਦਾ ਹੈ ਕਿਤੇ ਕਿਤੇ ਕਿ ਜਿਹੜਾ ਲੋਕਪਾਲ ਤੋਂ ਇਹ ਪਾਰਟੀ ਹੋਂਦ ਚ ਆਈ, ਜਾਂ ਇਹ ਐਨਜੀਓ ਜਿਹੜੀ ਸੀਗੀ ਇੰਡੀਆ ਅਗੇਂਸਟ ਕਰਪਸ਼ਨ, ਉਹ ਲੋਕਪਾਲ ਹੀ ਇੱਕ ਸਖਤ ਜਿਹਾ ਬਣਾ ਦੇਣ। ਕੇਜਰੀਵਾਲ ਸਾਹਿਬ 92 ਦੀ ਟੀਮ ਆ ਉਹਨਾਂ ਕੋਲ, ਵਿਧਾਨ ਸਭਾ ਦੇ ਵਿੱਚ ਉਹ ਜੋ ਮਰਜ਼ੀ ਚਾਹੁਣ ਕਰ ਲੈਣ। ਇੱਕ ਜ਼ਬਰਦਸਤ ਲੋਕਪਾਲ ਹੋਵੇ ਜਿਹਦੇ ਘੇਰੇ ਚ ਮੁੱਖ ਮੰਤਰੀ ਵੀ ਆ ਜਾਏ, ਕਿ ਮਜ਼ਾ ਨਾ ਬਣ ਜਾਏ ਜੀ। ਮੈਨੂੰ ਲੱਗਦਾ ਤਾਂ ਉਹ ਲੋਕਪਾਲ ਨਾਲ ਤਾਂ ਇੱਕ ਵਾਰ ਸੱਤਾ 'ਚ ਆਉਣਾ ਸੀ, ਉਦੋਂ ਬਾਅਦ ਤਾਂ ਉਹ ਮੈਨੀਫੈਸਟੋਆਂ 'ਚ ਵੀ ਗਾਇਬ ਹੈ। ਦਿੱਲੀ ਵਾਲੇ ਜੀ ਮੈਨੀਫੈਸਟੋਆਂ 'ਚ 2 ਵਾਰ ਗਾਇਬ ਸੀ, ਤੇ ਪੰਜਾਬ ਵਾਲੇ ਮੈਨੀਫੈਸਟੋ 'ਚ ਵੀ ਗਾਇਬ ਹੈ। ਉਹ ਜੀ ਸਾਰੇ ਜਿਹੜੇ ਵਾਅਦੇ ਸੀ, ਵਾਅਦੇ ਤਾਂ ਪਹਿਲਾਂ ਸਿਲੈਕਸ਼ਨ ਆਫ ਕੈਂਡੀਡੇਟਸ ਦੇ ਵਿੱਚ ਵੀ ਇਹੀ ਸੀਗਾ ਉਸ ਮੂਵਮੈਂਟ ਦੇ। ਸਵਰਾਜ ਨਾਮ ਦੀ ਕਿਤਾਬ ਜਿਹੜੀ ਕੇਜਰੀਵਾਲ ਨੇ ਲਿਖੀ ਸੀ, ਜਦੋਂ 2014 ਦੀਆਂ ਟਿਕਟਾਂ ਦੇ ਰਹੇ ਸੀ ਐਮਪੀਜ਼ ਨੂੰ, ਉਦੋਂ ਇੱਕ ਕਾਲਮ ਇਹ ਵੀ ਸੀ ਵੀ ਤੂੰ ਸਵਰਾਜ ਪੜ੍ਹੀ ਹੈ, ਹੂੰ ਮਤਲਬ ਵੀ ਨੀਚੋਂ ਆ ਕੇ ਤੈਨੂੰ ਪਤਾ ਲੱਗੇ ਕਿ ਹੇਠੋਂ ਲੋਕ ਕਿਵੇਂ ਫੈਸਲੇ ਲੈਣਗੇ। ਉਹ ਸਾਰਾ ਕੁਝ ਤਾਂ ਮੈਨੂੰ ਲੱਗਦਾ ਗਾਇਬ ਹੈ। ਹੁਣ ਕੋਈ ਉਸ ਪੱਧਰ ਦੀ ਸੰਸਥਾ ਨਹੀਂ ਬਣਨ ਵੱਲ ਤੁਰ ਨਹੀਂ ਰਹੇ, ਮਤਲਬ ਉਹ ਹੁਣ ਇਹਨਾਂ ਦੇ ਡਿਸਕੋਰਸ ਦਾ ਹਿੱਸਾ ਨਹੀਂ ਹੈ, ਇਹਨਾਂ ਦੇ ਵਰਤਾਵ ਦਾ ਹਿੱਸਾ ਨਹੀਂ ਹੈ। ਪਰ ਬਣ ਜੇ, ਜੇਕਰ ਤੁਹਾਡੀ ਜਿੱਥੋਂ ਤੁਸੀਂ ਬੁਨਿਆਦ ਸੀ, ਜੇ ਤੁਸੀਂ ਬਣਾ ਦੋ, ਉਹ ਜਾਂਚ ਕਰਦੇ ਸਾਰੀਆਂ ਚੀਜ਼ਾਂ ਦੀ ਜਿਹੜੀਆਂ ਵੀ ਬਾਕੀ ਰਹਿਣਗੀਆਂ, ਜਾਂ ਲੋਕ ਵੀ ਸ਼ਿਕਾਇਤਾਂ ਕਰ ਦੇਣ, ਉਹਦੇ ਕੋਲ ਕਰ ਦੇਣ, ਤਾਂ ਉਹ ਠੀਕ ਗੱਲ ਹੈ। ਹੁਣ ਤੁਸੀਂ ਵਿਜੀਲੈਂਸ ਦਾ ਇੱਕ ਨੰਬਰ ਦੇਤਾ ਸੀ ਕਰਪਸ਼ਨ ਲਈ, ਬਿਲਕੁਲ ਔਰ ਮੇਰੀ ਜਾਣਕਾਰੀ ਇਹ ਹੈ ਕਿ ਉੱਥੇ ਨਵਾਂ ਇੱਕ ਵੀ ਕੇਸ ਨਹੀਂ ਆਇਆ, ਹਫ਼ਤਿਆਂ ਤੋਂ ਪੁਰਾਣਾ। ਉਹਦੇ 'ਚ ਇੱਕ ਲੀਗਲੀ ਇਹ ਹੈ ਵਿਜੀਲੈਂਸ ਦੇ ਵਾਸਤੇ ਕਿ 1 ਹਫ਼ਤੇ ਤੋਂ ਪੁਰਾਣੀ ਵੀਡੀਓ ਕੋਰਟ 'ਚ ਮਾਨਤਾ ਪ੍ਰਾਪਤ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਤੇ ਬਾਕੀ ਹੂੰ ਵੱਡੇ ਦੇ ਲਈ ਤੁਸੀਂ ਉਹ ਜਾ ਹੀ ਨਹੀਂ ਸਕਦੇ, ਸਾਰੇ ਬੰਦੇ ਮੁਸ਼ਤੈਦ ਹੋ ਜਾਂਦੇ ਨੇ। ਤੁਸੀਂ ਕਹਿੰਦੇ ਹੋ ਕਰਪਸ਼ਨ ਖਤਮ ਕਰਤੀ, ਤੁਸੀਂ ਹਿਮਾਚਲ 'ਚ ਬੋਲੇ ਆਉਂਦੇ ਹੋ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ, ਤੁਸੀਂ ਕਿਤੇ ਵੀ ਜਾ ਕੇ ਬੋਲੇ ਆਉਂਦੇ ਹੋ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ। ਮਤਲਬ ਕੱਲੇ ਬੋਲਣ ਨਾਲ ਕਰਪਸ਼ਨ ਥੋੜੀ ਹੁੰਦੀ ਹੈ। ਮਾਫੀਆ ਜਿਹੜਾ ਇੱਕ ਉਹ ਸਾਰੇ ਪ੍ਰੋਜੈਕਟਾਂ ਦੇ ਵਿੱਚੋਂ ਹੀ ਮਾਫੀਆ ਦਾ ਇੱਕ ਕਮਿਸ਼ਨ ਜਿਹੜਾ ਤੈਅ ਕੀਤਾ ਹੁੰਦਾ ਹੈ, ਇਮਾਨਦਾਰਾਨਾ ਕਮਿਸ਼ਨ ਜਿਹਨੂੰ ਉਹ ਕਹਿੰਦੇ ਨੇ, ਇਰੀਗੇਸ਼ਨ ਹਾਂ ਹੋਵੇ, ਪੀਡਬਲਯੂਡੀ ਹੋਵੇ, ਤੇ ਉੱਪਰ ਤੱਕ ਲਗਾਤਾਰ ਚਲਾ ਜਾਂਦਾ, ਪਤਾ ਨਹੀਂ ਲੱਗਦਾ ਉੱਪਰ ਕਿੱਥੇ ਤੱਕ ਜਾਂਦਾ ਹੈ। ਅਜੇ ਉੱਪਰੋਂ
ਰੋਕ ਕੋਈ ਲੱਗੀ ਨਹੀਂ ਦਿਖਾਈ ਕਿ ਮੇਰਾ ਹਿੱਸਾ ਭਾਈ ਐਤਕੀ ਨਹੀਂ ਆਇਆ, ਇਸ ਹੂੰ। ਕਰਕੇ ਇਹ ਗੱਲਾਂ ਹੇਠਾਂ ਰੁਕ ਗਈਆਂ ਨੇ। ਉਹ ਮੈਂ ਗੱਲ ਮੈਂ ਨਹੀਂ ਵੀ ਸਮਝ ਆਈ ਹਜੇ ਤੱਕ। ਮੈਂ ਮੈਂ ਕਈ ਵਾਰੀ ਜਾਣਨ ਦਾ ਯਤਨ ਕੀਤਾ ਹੈ ਕਿ ਕੱਲਾ ਤਹਿਸੀਲਦਾਰ ਜਾਂ ਕੱਲਾ ਥੱਲੜੇ ਦਾ ਬੰਦਾ ਜਿਹੜਾ ਹੈਗਾ ਉਹ ਕੱਲਾ ਨਹੀਂ ਸ਼ਾਮਲ ਹੋ ਸਕਦਾ, ਵੀਡੀਓ ਕੱਲਾ ਨਹੀਂ ਸ਼ਾਮਲ ਹੋ ਸਕਦਾ, ਪਰ ਸਿਰਾ ਕਦੇ ਨਹੀਂ ਮਿਲਿਆ ਵੀ ਉੱਤੋਂ ਕਿੱਥੇ ਤੱਕ ਹੈ ਤੇ ਕੀ ਹੈ। ਇਹ ਨਵੇਂ ਆਏ ਆ, ਕੁਝ ਇਹਨਾਂ ਨੇ ਵੀ ਨਹੀਂ ਦਿਖਾਇਆ। ਉਂਝ ਵੈਸੇ ਸਰਦਾਰ ਸਾਹਿਬ ਇੱਕ ਆਮ ਜੀ ਧਾਰਨਾ ਬਣ ਗਈ ਆ ਕਿ ਆਮ ਬੰਦਾ ਅੱਗੇ ਨਾਲੋਂ ਔਖਾ ਹੋ ਗਿਆ। ਜਿਹੜਾ ਰੇਤਾ ਸੌਖਿਆ ਮਿਲਦਾ ਸੀ ਔਖਾ ਮਿਲਣ ਲੱਗ ਗਿਆ, ਮਹਿੰਗਾ ਮਿਲਣ ਲੱਗ ਗਿਆ। ਜਿਹੜਾ ਕੰਮ ਦਫ਼ਤਰ ਦੇ ਵਿੱਚ 1000 ਨਾਲ ਹੁੰਦਾ ਸੀ ਉਹਦੇ ਲਈ ਹੁਣ ਅਗਲੇ ਕਹਿੰਦੇ ਖਤਰਾ ਬੜਾ ਯਾਰ, ਇਹ ਨਹੀਂ ਕੰਮ ਹੋਣਾ, ਉਹਨਾਂ ਮਹਿੰਗਾ ਹੋ ਗਿਆ। ਸੋ ਮੈਨੂੰ ਲੱਗਦਾ ਇਹ ਆਮ ਬੰਦੇ ਲਈ ਮੁਸ਼ਕਲਾਂ ਵਧੀਆਂ ਨੇ। ਜੇ ਇਹ ਥੋੜਾ ਟਰਾਂਸਪੇਰੈਂਟ ਕਰ ਦੇਣ, ਹਰ ਚੀਜ਼ ਜਿਹੜੀ ਆਨਲਾਈਨ ਕਰ ਦੇਣ, ਬੰਦੇ ਨੂੰ ਘਰ ਬੈਠੇ ਫੈਸਿਲਿਟੀਜ਼ ਮਿਲ ਜਾਣ, ਔਰ ਫਿਰ ਮੈਨੂੰ ਲੱਗਦਾ ਕੁਝ ਹੱਦ ਤੱਕ ਸੋਚਿਆ ਜਾ ਸਕਦਾ ਕਿ ਇਹ ਸੁਹਿਰਦ ਨੇ। ਅੱਜ ਲਈ ਬਹੁਤ ਮਿਹਰਬਾਨੀ, ਮੈਨੂੰ ਚੰਗਾ ਲੱਗਿਆ। ਅੱਜ ਥੋੜੀ ਜਿਹੀ ਇੰਟਰਨੈਟ ਦੀ ਸਮੱਸਿਆ ਹੈਗੀ ਆ, ਕੋਸ਼ਿਸ਼ ਕਰਦੇ ਇਹਨੂੰ ਹੋਰ ਦਰੁਸਤ ਕਰ ਲਈਏ। ਪਰ ਸਰਦਾਰ ਸਾਹਿਬ ਇੰਝ ਲੱਗਦਾ ਜਿਵੇਂ ਇੱਕ ਸਰਪ੍ਰਸਤੀ ਮਿਲ ਰਹੀ ਹੋਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ, ਧੰਨਵਾਦ ਜੀ।